ਗੁਰੂ ਰੂਪ ਪਿਆਰੇ ਸਾਧ ਸੰਗਤ ਜੇ ਸਜ ਜਾਓ। ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਾਚੁ ਜੁਗਾਦਿ ਸਾਚੁ ਹੈ ਵੀ ਸਾਚੁ ਨਾਨਕ ਹੋਸੀ ਵੀ ਸਾਚੁ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਗਹਿਜੈ ਕੋਟ ਇੰਦਰ ਇੰਦਰਾਣ ਸਾਹੀ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤਵੈ ਸਰਬ ਨਾਮ ਕਥ ਕਵਨ ਕਰਮ ਨਾਮ ਬਰਨਤ ਸੁਮਤ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੂਝੈ ਦੂਜੀ ਠਾਹਰ ਹਾਰ ਪਰਿਆਉ ਤਉ ਦੁਆਰੀ ਲੇਖਾ ਛੋੜ ਅਲੇਖਾ ਛੂਟਹਿ ਹਮ ਨਿਰਗੁਣ ਲੇਹੁ ਉਬਾਰੀ ਸਦ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੀ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲੇਹੁ ਇਹ ਬਾਰੀ ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੂਲ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ
कहा बुद्ध प्रभ तोष हमारी, बर न सका महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। सतनाम श्री वाहिगुरु साहिब जी। राग गौड़ी पूर्वी महला पंजवा। एक ओंकार सतगुर प्रसाद। किन बिध मिलै गुसाई मेरे राम राए। कोई ऐसा संत सहज सुख दाता। मोह मार्ग दे बताई। किन बिध मिलै गुसाई मेरे राम राए। कोई ऐसा संत सहज सुख दाता। मोह मार्ग दे बताई। रहाउ अंतर अलख न जाई लखया। विच पड़दा हਉ मैं पाई। माया मोह सभो जग सोया। एहो भरम कहो क्यों जाई। एका संगत एकत ग्रह बसते। मिल बात न करते पाई। एक बस्त बिन पंच दुहेले। ओह बस्त अगोचर ठाई। जिसका गृह तिन दिया ताला। कुंजी गुर सौंपाई। अनेक उपाव करे नहीं पावै। बिन सतगुर सरणाई। जिनके बंधन काटे सतगुर। तिन साध संगत लिव लाई। पंच जना मिल मंगल गाया। हर नानक भेद ना पाई। मेरे राम राए इन बिध मिलै गुसाई। सहज भया ब्रह्म मुख। सहज भया ब्रह्म खिन मह नाठा। मिल ज्योति जोत समाई। मेरे राम राए इन बिध मिलै गुसाई। सहज भया ब्रह्म खिन मह नाठा। मिल ज्योति जोत समाई। रहाउ दूजा। वाहिगुरु जी का खालसा वाहिगुरु जी की फतेह। परम सन्मानयोग गुरु गरीब निवाज वालीए कोल आलम सरवरे कायनात अकाल पुरख वाहिगुरु जी दे ਜ਼ਾਹਰਾ ਸਰਗੁਣ ਸਰੂਪ
ਕਲਗੀਧਰ ਦਸ਼ਮੇਸ਼ ਪਿਤਾ ਨੀਲੇ ਦੇ ਸ਼ਾਹ ਅਸਵਾਰ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਪਰਮ ਦਇਆਲੂ ਕਿਰਪਾਲੂ ਜੀ ਸਰਬਤ ਜੀਵਾਂ ਤੇ ਮਿਹਰ ਦੀ ਨਦਰ ਕਰਦਿਆਂ ਹੋਇਆਂ ਆਪਣੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦਸਾਂ ਹੀ ਪਾਤਸ਼ਾਹੀਆਂ ਜੀ ਦੀ ਪਾਵਨ ਆਤਮਿਕ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਤਖਤ ਚਵਰ ਛਤਰ ਸਿੰਘਾਸਨ ਕੇ ਮਾਲਿਕ, ਬਾਣੀ ਕੇ ਬੋਹਿਤ ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਗੋਦ ਦੀਆਂ ਘੜੀਆਂ ਬਖਸ਼ਿਸ਼ ਕਰਕੇ ਸਭਨਾਂ ਨੂੰ ਨਿਹਾਲ ਕਿਰਤਾਰਥ ਕਰ ਰਹੇ ਨੇ। ਵੱਡਿਆਂ ਭਾਗਾਂ ਵਾਲਿਆਂ ਨੇ, ਸਤ ਸੰਗੀ ਜਨਾਂ ਨੇ, ਨੇਮ ਵਾਲਿਆਂ ਨੇ, ਪ੍ਰੇਮ ਵਾਲਿਆਂ ਨੇ, ਦੂਰੋਂ ਨੇੜਿਓਂ ਚੱਲ ਕੇ ਆ ਕਰਕੇ ਸਤਿਗੁਰੂ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਕੇ ਪਾਵਨ ਅੰਮ੍ਰਿਤ ਸਰੂਪ ਗੁਰਬਾਣੀ ਨੂੰ ਪੜ੍ਹ ਸ਼ਰਵਣ ਅਤੇ ਗਾਇਨ ਕਰਕੇ ਆਤਮ ਸੁਖ ਨੂੰ ਮਾਣਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਤਖਤ ਸੱਚਖੰਡ ਦਰਬਾਰ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਸ਼ਰਵਣ ਕਰਨੇ ਦਾ। ਸਰਬਤ ਮਾਈ ਭਾਈ, ਸਰਬਤ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਵਾਹਿਗੁਰੂ ਜੀ ਦੀ ਨਾਮ ਬਾਣੀ ਦੀ ਅੰਮ੍ਰਿਤਮਈ ਕਥਾ ਨੂੰ ਸ਼ਰਵਣ ਕਰਨਾ ਕਰੀਏ। ਹਿਰਦੇ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਪਿਆਰ ਦੇ ਨਾਲ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਗਰੀਬ ਨਿਵਾਜ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਪੰਜਵੇਂ ਸਰੂਪ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮਾ, ਸਰਬਤ ਜੀਵਾਂ ਦੇ ਉਧਾਰ ਕਰਤਾ, ਅੰਮ੍ਰਿਤ ਉਪਦੇਸ਼ ਦੇ ਦਾਤੇ, ਬ੍ਰਹਮ ਗਿਆਨ ਦੇ ਸੂਰਜ, ਸ਼ਾਂਤੀ ਦੇ ਸਾਗਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਕੱਦਸ ਚਰਨਾਂ ਵਿਖੇ ਭਾਈ ਪਿਰਾਣਾ ਜੀ ਆਏ ਨੇ। ਇਹ ਭਾਈ ਪਿਰਾਣਾ ਜੀ ਆਤਮ ਗਿਆਨੀ ਨੇ, ਬ੍ਰਹਮ ਗਿਆਨ ਦੀ ਅਵਸਥਾ ਪੂਰਨ ਮਹਾਂਪੁਰਖ ਨੇ। ਤੇ ਇਹ ਉਹ ਭਾਈ ਪਿਰਾਣਾ ਜੀ ਨੇ ਜਿਨ੍ਹਾਂ ਨੇ ਭਾਈ ਲਖੂ ਧਾੜਵੀ ਨੂੰ ਗੁਰੂ ਕੇ ਚਰਨੀ ਲਾ ਕਰਕੇ ਭਾਈ ਲਖੀਆ ਜੀ ਬਣਾਇਆ। ਆਪ ਜੀ ਦੇ ਜੀਵਨ ਦਾ ਪ੍ਰਸੰਗ ਆਉਂਦਾ ਨਾ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਕੱਦਸ ਚਰਨ ਕਮਲਾਂ ਵਿੱਚ ਰਹਿ ਕਰਕੇ ਗੁਰੂ ਕੇ ਲੰਗਰਾਂ ਵਾਸਤੇ ਜੰਗਲ ਦੇ ਵਿੱਚੋਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਤੇ ਪੰਡਾ ਬੰਨ੍ਹ ਕੇ ਲੈ ਆਉਂਦੇ ਨੇ। ਤੇ ਇੱਕ ਵਾਰ ਆਪ ਜੀ ਜੰਗਲ ਵਿੱਚ ਗਏ ਨੇ, ਲੱਕੜਾਂ ਦੀ ਪੰਡ ਬੰਨ੍ਹ ਕਰਕੇ ਕੋਲ ਰੱਖ ਲਈ ਹੈ। ਵਾਹਿਗੁਰੂ ਜੀ ਦੇ ਨਾਮ ਦੇ ਸਿਮਰਨ ਦਾ ਪਿਆਰ ਹਿਰਦੇ ਦੇ ਅੰਦਰ ਐਸਾ ਜਪਣੇ ਦਾ ਉਮਾਹ ਆਇਆ ਹੈ, ਉਤਸ਼ਾਹ ਆਇਆ ਹੈ ਕਿ ਜੰਗਲ ਦੇ ਵਿੱਚ ਹੀ ਚੌਂਕੜਾ ਮਾਰਿਆ, ਸਮਾਧੀ ਲੱਗ ਗਈ ਤੇ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਧਿਆਨ ਕੇਂਦਰਿਤ ਹੋ ਗਿਆ, ਜੁੜ ਗਿਆ, ਇਕਾਗਰ ਹੋ ਗਿਆ। ਚੌਂਕੜਾ ਲੱਗਾ ਹੈ, ਨੇਤਰ ਬੰਦ ਨੇ, ਨਾਮ ਦੇ ਰਸੀਏ ਨੇ, ਨਾਮ ਵਿੱਚ ਜੁੜੇ ਹੋਏ ਨੇ, ਚਿਹਰਾ ਪ੍ਰਕਾਸ਼ ਦਾ ਪਿਆ ਤੇ ਜੰਗਲ ਦੇ ਵਿੱਚੋਂ ਲੰਘ ਰਿਹਾ ਹੈ ਇੱਕ ਧਾੜਵੀ ਜਿਸ ਦਾ ਨਾਮ ਹੈ ਲਖੂ, ਤੇ ਲਖੂ ਧਾੜਵੀ ਕਰਕੇ ਪ੍ਰਸਿੱਧ ਸੀ। ਉਸਨੇ ਜਾਣਨਾ ਕੀਤਾ ਕੋਈ ਮਹਾਤਮਾ ਹੈ, ਕੋਈ ਸਤਿਪੁਰਸ਼ ਹੈ, ਕੋਈ ਆਤਮ ਗਿਆਨੀ ਹੈ, ਰੱਬ ਦਾ ਪਿਆਰਾ ਹੈ। ਅੱਜ ਇਹਨਾਂ ਅੱਗੇ ਅਰਦਾਸ ਕਰੀਏ, ਸੁਖਣਾ ਸੁਖੀਏ ਤੇ ਧਾੜਾ ਚੰਗਾ ਵੱਜ ਜਾਵੇ, ਲੁੱਟ ਦਾ ਮਾਲ ਚੰਗਾ ਹੱਥ ਆ ਜਾਵੇ। ਤੇ ਭਾਈ ਪਿਰਾਣਾ ਜੀ ਜਿੱਥੇ ਸਮਾਧੀ ਲਾ ਕਰਕੇ ਸਥਿਤ ਹੋਏ ਨੇ ਨਾ, ਅੱਗੇ ਮੱਥਾ ਟੇਕ ਕਰਕੇ ਲਖੂ ਧਾੜਵੀ ਨੇ ਹੱਥ ਜੋੜ ਕਰਕੇ ਅਰਦਾਸ ਕੀਤੀ ਏ, ਹੇ ਰੱਬ ਦੇ ਸੰਤ ਜੀ, ਪੁੱਜੇ ਹੋਏ ਮਹਾਂਪੁਰਖ ਲੱਗਦੇ ਹੋ, ਅੱਜ ਮੇਰੀ ਸੁਖਣਾ ਪੂਰੀ ਕਰ ਦਿਓ। ਅੱਜ ਚੰਗਾ ਮਾਲ ਹੱਥ ਲੱਗੇ ਤੇ ਜਿਤਨਾ ਚੋਰੀ ਦਾ, ਧਾੜੇ ਦਾ, ਡਾਕੇ ਦਾ ਮਾਲ ਹੱਥ ਲੱਗੇਗਾ, ਤੀਜਾ ਹਿੱਸਾ ਤੁਹਾਡੇ ਚਰਨਾਂ 'ਚ ਅਰਪਣ ਕਰ ਦਿਆਵਾਂਗਾ। ਸੁਖਣਾ ਸੁਖ ਦਿੱਤੀ। ਹੁਣ ਸੁਖਣਾ ਸੁਖ ਕੇ ਜੰਗਲ ਵਿੱਚ ਅੱਗੇ ਜਾ ਰਿਹਾ ਤੇ ਕੀ ਦੇਖਦਾ ਹੈ
ਕਿਸੇ ਵਿਆਹ ਵਾਸਤੇ ਨਾਨਕਾ ਮੇਲ ਜਾ ਰਿਹਾ ਹੈ ਤੇ ਜਿਹੜੇ ਭਾਈ ਨੇ, ਬੰਦੇ ਨੇ, ਪੁਰਖ ਨੇ, ਉਹ ਗੱਲਾਂ ਬਾਤਾਂ ਕਰਦੇ ਅੱਗੇ ਲੰਘ ਗਏ ਤੇ ਬੀਬੀਆਂ ਆਪਸ ਦੇ ਵਿੱਚ ਹਾਸੇ ਮਜ਼ਾਕ ਦੀਆਂ ਗੱਲਾਂ ਬਾਤਾਂ ਕਰਦੀਆਂ ਕੁਛ ਪਿੱਛੇ ਦੂਰੀ ਤੇ ਤੁਰੀਆਂ ਆ ਰਹੀਆਂ ਨੇ ਤੇ ਉਹਨਾਂ ਆਪਣੇ ਘਰ ਵਾਲਿਆਂ ਦੇ ਨਾਲੋਂ, ਪੁਰਸ਼ਾਂ ਦੇ ਨਾਲੋਂ ਪਿੱਛੇ ਰਹਿ ਗਈਆਂ। ਜੰਗਲ ਦਾ ਰਸਤਾ ਸੀ, ਰਸਤਾ ਵੀ ਭੁੱਲ ਗਈਆਂ ਤੇ ਲਖੂ ਧਾੜਵੀ ਜੀ ਨੂੰ ਪੁੱਛ ਲਿਆ, ਜੀ ਅਸੀਂ ਫਲਾਣੇ ਨਗਰ ਨੂੰ ਜਾਣਾ, ਰਸਤਾ ਕਿਹੜਾ ਜਾਵੇਗਾ? ਤੇ ਲਖੂ ਧਾੜਵੀ ਨੇ ਜਾਣ ਬੁੱਝ ਕੇ ਕੁਰਾਹੇ ਪਾ ਦਿੱਤਾ, ਸੰਘਣੇ ਜੰਗਲ ਵੱਲ ਨੂੰ ਭੇਜ ਦਿੱਤਾ, ਇੱਧਰ ਜਾਓ ਛੇਤੀ ਪੁੱਜ ਜਾਓਗੀਆਂ। ਤੇ ਜਦੋਂ ਬੀਬੀਆਂ ਕੁਰਾਹੇ ਪੈ ਗਈਆਂ, ਸੰਘਣੇ ਜੰਗਲ ਵਿੱਚ ਚਲੇ ਗਈਆਂ ਤੇ ਲਖੂ ਧਾੜਵੀ ਜੀ ਆਪਣੀ ਛਵੀ ਲੈ ਕਰਕੇ ਅੱਗੇ ਜਾ ਪੁੱਜੇ। ਕਹਿਣ ਲੱਗੇ, ਕਿੱਥੇ ਚੱਲੀਆਂ ਜੇ? ਘਬਰਾ ਗਈਆਂ ਦੇਖ ਕਰਕੇ, ਕਹਿਣ ਲੱਗੀਆਂ, ਜੀ ਵਿਆਹ ਚੱਲੀਆਂ ਹਾਂ। ਕਹਿਣ ਲੱਗਾ, ਮੈਂ ਲਖੂ ਧਾੜਵੀ ਹਾਂ। ਤੇ ਜਦੋਂ ਲਖੂ ਦਾ ਨਾਮ ਸੁਣਿਆ, ਬੜਾ ਨਾਮ ਇਸ ਦਾ ਬਦਨਾਮ ਸੀ, ਬੜਾ ਪ੍ਰਸਿੱਧ ਸੀ, ਬੀਬੀਆਂ ਥਰ ਥਰ ਕੰਬਣ ਲੱਗੀਆਂ। ਐਸਾ ਵੱਡਾ ਭਾਰੀ ਧਾੜਵੀ ਆਣ ਪਿਆ, ਹੁਣ ਸਾਡੀ ਰਾਖੀ ਕੌਣ ਕਰੇਗਾ? ਕਹਿਣ ਲੱਗਾ, ਜਿਤਨੇ ਗਹਿਣੇ ਪਾਏ ਨੇ ਸਾਰੇ ਉਤਾਰ ਕੇ ਦੇ ਦਿਓ। ਡਰਦੀਆਂ ਹੋਈਆਂ ਰੋਂਦੀਆਂ ਬੀਬੀਆਂ ਨੇ ਸਾਰੇ ਗਹਿਣੇ ਉਤਾਰ ਕੇ ਦੇ ਦਿੱਤੇ। ਤੇ ਸੋਚਦਾ ਮਹਾਤਮਾ ਬੜੀ ਕਮਾਈ ਵਾਲੇ, ਮੋਟਾ ਮਾਲ ਹੱਥ ਲੱਗ ਗਿਆ। ਲਾਲਚ ਐਸਾ ਵਧਿਆ, ਕਹਿਣ ਲੱਗਾ, ਤੁਹਾਡੇ ਕੱਪੜੇ ਬੜੇ ਕੀਮਤੀ ਨੇ, ਇਹ ਵੀ ਉਤਾਰ ਕੇ ਦੇ ਦਿਓ। ਨਾ ਚਾਹੁੰਦੀਆਂ ਹੋਈਆਂ ਵੀ ਬੀਬੀਆਂ ਲਖੂ ਧਾੜਵੀ ਦੀ ਗੰਡਾਸੀ ਤੋਂ ਡਰਦੀਆਂ ਝਾੜੀਆਂ, ਸੰਘਣੀਆਂ ਝਾੜੀਆਂ ਦੇ ਓਲੇ ਹੋ ਕਰਕੇ ਬਸਤਰ ਵੀ ਉਤਾਰ ਕੇ ਦੇ ਦਿੱਤੇ। ਪੰਡ ਬੰਨ ਕਰਕੇ ਬਸਤਰਾਂ ਦੀ, ਕੀਮਤੀ ਗਹਿਣਿਆਂ ਦੀ ਸਿਰ ਤੇ ਚੁੱਕੀ ਐ ਤੇ ਜਿੱਥੇ ਭਾਈ ਪ੍ਰਾਣਾ ਜੀ ਬੈਠੇ ਸੀ ਨਾ, ਲਿਆ ਕਰਕੇ ਪੰਡ ਅੱਗੇ ਰੱਖ ਦਿੱਤੀ ਤੇ ਮੱਥਾ ਟੇਕ ਕੇ ਅਰਦਾਸ ਕਰਦਾ, ਹੇ ਪੂਰਨ ਸੰਤ ਜੀ, ਮਹਾਤਮਾ ਜੀ, ਅੱਜ ਤੁਸੀਂ ਬੜੀ ਕਿਰਪਾ ਕੀਤੀ ਹੈ, ਚੰਗਾ ਮੋਟਾ ਮਾਲ ਹੱਥ ਲੱਗਿਆ ਹੈ। ਅਰਦਾਸ ਤਾਂ ਮੈਂ ਤੀਜੇ ਹਿੱਸੇ ਦੀ ਕਰਕੇ ਗਿਆ ਸੀ, ਸੁਖਣਾ ਤੇ ਤੀਜੇ ਹਿੱਸੇ ਦੀ ਸੁਖੀ ਸੀ, ਪਰ ਮਾਲ ਇੰਨਾ ਮੋਟਾ ਮਿਲ ਗਿਆ ਕਿ ਹੁਣ ਮੇਰਾ ਜੀ ਕਰਦਾ ਮੈਂ ਅੱਧਾ ਤੁਹਾਨੂੰ ਦੇ ਦਿਆਂ, ਅੱਧਾ ਤੁਹਾਡੀ ਨਜ਼ਰ ਭੇਟ ਕਰਦਾ ਹਾਂ ਤੇ ਅੱਧਾ ਮੈਂ ਲੈ ਜਾਂਦਾ। ਤੁਸੀਂ ਸੁਖਣਾ ਜੋ ਪੂਰੀ ਕੀਤੀ ਹੈ। ਤੇ ਭਾਈ ਪ੍ਰਾਣਾ ਜੀ ਕਹਿਣ ਲੱਗੇ, ਤੂੰ ਕੌਣ ਹੈ? ਕਹਿੰਦਾ, ਜੀ ਮੈਂ ਲਖੂ ਧਾੜਵੀ। ਕਿੱਥੋਂ ਆਇਆ ਹੈ? ਕਹਿੰਦਾ, ਜੀ ਤੁਹਾਡੇ ਅੱਗੇ ਸੁਖਣਾ ਸੁਖਣ ਤੋਂ ਬਾਅਦ ਜੰਗਲ ਵਿੱਚ ਗਿਆ ਸੀ, ਸਾਰੀ ਵਾਰਤਾ ਕਹਿ ਸੁਣਾਈਏ। ਜੋ ਕਿਸੇ ਵਿਆਹ ਵਾਸਤੇ ਨਾਨਕਾ ਮੇਲ ਚੱਲਿਆ ਸੀ, ਉਹਨਾਂ ਨੂੰ ਲੁੱਟ ਕੇ ਲੈ ਕਰਕੇ ਆਇਆ, ਬਸਤਰ ਵੀ ਲੈ ਆਂਦੇ, ਗਹਿਣੇ ਵੀ ਲੈ ਆਂਦੇ, ਅੱਜ ਬੜਾ ਖੁਸ਼ ਹਾਂ। ਤੇ ਭਾਈ ਪ੍ਰਾਣਾ ਜੀ ਨੇ ਦੇਖਣਾ ਕੀਤਾ, ਇਹ ਤੇ ਪਾਪੀ ਬੰਦਾ ਪਾਪ ਕਰ ਆਇਆ ਹੈ। ਜੰਗਲ ਦੇ ਵਿੱਚ ਬੀਬੀਆਂ ਨੂੰ ਰਸਤਾ ਭਟਕਾ ਕਰਕੇ ਵਸਤਰ ਤੱਕ ਵੀ ਉਤਰਵਾ ਕਰਕੇ ਲੈ ਆਂਦੇ, ਕਿਵੇਂ ਬਖਸ਼ਿਆ ਜਾਵੇਗਾ? ਕਹਿਣ ਲੱਗੇ, ਭਲਿਆ ਯਾਦ ਰੱਖ, ਜੇ ਸਾਡੇ ਅੱਗੇ ਸੁਖੀ ਹੋਈ ਸੁਖਣਾ ਪੂਰੀ ਹੋ ਸਕਦੀ ਹੈ ਤੇ ਮੇਰਾ ਸਰਾਪ ਵੀ ਪੂਰਾ ਹੋ ਸਕਦਾ ਹੈ। ਸਰਾਪ ਦੇ ਕਰਕੇ ਭਸਮ ਕਰ ਦਿਆਂਗਾ ਤੈਨੂੰ, ਤੇਰੀਆਂ ਤੇ ਕੁਲਾਂ ਗਰਕ ਜਾਣਗੀਆਂ ਜਿਹੋ ਜਿਹੇ ਤੂੰ ਪਾਪ ਕਰਦਾ ਫਿਰਦਾ। ਇਸ ਪ੍ਰਕਾਰ ਦੇ ਕੰਮ ਸ਼ੋਭਾ ਨਹੀਂ ਦਿੰਦੇ। ਜਦੋਂ ਕੁਲਾਂ ਦੇ ਗਰਕ ਹੋਣ ਦਾ ਨਾਮ ਸੁਣਿਆ, ਆਪਣੇ ਉਜਾੜੇ ਦਾ ਡਰ ਸਤਾਉਣ ਲੱਗਾ, ਹੱਥ ਜੋੜ ਦਿੱਤੇ। ਜਿਹੜਾ ਛਵੀ ਦਿਖਾ ਕਰਕੇ ਦੂਜਿਆਂ ਨੂੰ ਕਾਂਬਾ ਛੇੜ ਦਿੰਦਾ ਸੀ ਨਾ, ਹੁਣ ਆਪਣੀ ਬਰਬਾਦੀ ਹੁੰਦੀ ਨਜ਼ਰ ਆਈ ਹੈ ਤੇ ਆਪਣਾ ਸਰੀਰ ਥਰ ਥਰ ਕੰਬਣ ਲੱਗਾ ਹੈ। ਨਹੀਂ ਮਹਾਤਮਾ ਜੀ, ਕਿਰਪਾ ਕਰੋ, ਮੈਨੂੰ ਬਖਸ਼ ਲਵੋ, ਮੈਨੂੰ ਸਜ਼ਾ ਨਾ ਦਿਓ ਜੇ, ਸਰਾਪ ਨਾ ਦਿਓ ਜੇ, ਜਿਵੇਂ ਭਾਉਂਦਾ ਮੈਨੂੰ ਰੱਖ ਲਓ। ਤੇ ਭਾਈ ਪ੍ਰਾਣਾ ਜੀ ਕਹਿਣ ਲੱਗੇ, ਫਿਰ ਜਿਨ੍ਹਾਂ ਦੇ ਬਸਤਰ ਤੇ ਗਹਿਣੇ ਲੁੱਟ ਕਰਕੇ ਖੋਹ ਕਰਕੇ ਲੈ ਕੇ ਆਇਆ ਨਾ, ਉਨੀ ਪੈਰੀ ਮੁੜ ਜਾ, ਉਹਨਾਂ ਨੂੰ ਵਾਪਸ ਦੇ ਕੇ ਆ, ਤਾਂ ਬਖਸ਼ਿਆ ਜਾਵੇਗਾ। ਮਰਦਾ ਕੀ ਨਾ ਕਰਦਾ, ਭਾਵੇਂ ਕਿ ਕੀਮਤੀ ਗਹਿਣੇ ਮੋੜਨ ਨੂੰ ਦਿਲ ਨਹੀਂ ਕਰਦਾ, ਪਰ ਆਪਣੀ ਬਰਬਾਦੀ ਨਜ਼ਰ ਆਉਂਦੀ ਹੈ। ਸੱਚਮੁੱਚ ਹੀ ਜਿਨ੍ਹਾਂ ਦੇ ਅੱਗੇ ਸੁਖਣ ਦੇ ਨਾਲ ਇਤਨਾ ਵੱਡਾ ਭਾਰੀ ਮਾਲ ਧਨ ਪ੍ਰਾਪਤ ਹੋ ਗਿਆ, ਜੇ ਸ਼ਰਾਪ ਦਿੱਤਾ ਤੇ ਬਚਣਾ ਕੱਖ ਨਹੀਂ। ਇਸ ਪ੍ਰਕਾਰ ਡਰਦਾ ਹੋਇਆ, ਸੋਚਦਾ ਹੋਇਆ ਵਾਪਸ ਗਿਆ। ਬੀਬੀਆਂ ਦੇ ਕੋਲ ਜਾ ਕਰਕੇ ਮਾਫੀ ਮੰਗੀ, ਜੋ ਝਾੜੀਆਂ ਦੇ ਓਲੇ ਖੜੀਆਂ ਸੀ, ਪੰਡ ਦੂਰੇ ਹੀ ਰੱਖ ਦਿੱਤੀ। ਬੀਬੀਓ, ਤੁਹਾਡੇ ਬਸਤਰ ਤੇ ਗਹਿਣੇ ਰੱਖ ਚੱਲੇ ਆ, ਆਪੋ ਆਪਣੇ ਪਛਾਣ ਕੇ ਧਾਰਨ ਕਰ ਲਓ। ਤੇ ਡਰਦਾ ਹੋਇਆ ਫਿਰ ਵਾਪਸ ਭਾਈ ਪ੍ਰਾਣਾ ਜੀ ਦੇ ਚਰਨਾਂ ਵਿੱਚ ਆਇਆ ਤੇ ਆ ਕਰਕੇ ਬੇਨਤੀ ਕਰਦਾ, ਮਹਾਂਪੁਰਖੋ ਕਿਰਪਾ ਕਰੋ, ਮੈਨੂੰ ਪਾਪੀ ਨੂੰ ਬਖਸ਼ ਲਓ, ਆਪਣੇ ਚਰਨੀ ਲਾ ਲਓ, ਮੈਨੂੰ ਆਪਣਾ ਸਿੱਖ ਬਣਾ ਲਓ। ਤੇ ਭਾਈ ਪ੍ਰਾਣਾ ਜੀ ਨੇ ਬਚਨ ਕਰਨਾ ਕੀਤਾ, ਮੇਰੇ ਚਰਨੀ ਕਾਹਨੂੰ ਲੱਗਦਾ ਹੈ? ਉਸ ਧੀਰਜ ਧਾਰੀ ਪਰ ਉਪਕਾਰੀ, ਪਤਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ, ਸਰਬ ਜੀਆਂ ਦੇ ਤਾਰਨਹਾਰ, ਹਲਤ ਪਲਤ ਰੱਖਿਅਕ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨੀ ਲੱਗ, ਜਿਨ੍ਹਾਂ ਦੇ ਚਰਨਾਂ ਦਾ ਮੈਂ ਵੀ ਦੀਵਾਨਾ ਹਾਂ, ਦਾਸ ਹਾਂ, ਭੌਰਾ ਹਾਂ, ਨੌਕਰ ਚਾਕਰ ਹਾਂ ਮੈਂ ਜਿਨ੍ਹਾਂ ਦੇ ਦਰ ਦਾ। ਕਹਿਣ ਲੱਗਾ, ਜੀ ਤੁਹਾਡੇ ਤੋਂ ਵੀ ਵੱਡਾ ਕੋਈ ਗੁਰੂ? ਤੁਹਾਡੇ ਅੱਗੇ ਇੱਕ ਸੁਖਣਾ ਸੁਖ ਦਈਏ, ਇੰਨੇ ਪਦਾਰਥ ਮਿਲ ਜਾਂਦੇ, ਤੁਹਾਡੇ ਤੋਂ ਵੀ ਵੱਡਾ ਕੋਈ ਮਹਾਤਮਾ ਹੈ? ਕਹਿਣਾ ਕੀਤਾ, ਜੀ ਮੇਰੇ ਸਤਿਗੁਰੂ ਜੀ ਤਾਂ ਪਰਮੇਸ਼ਰ ਨੇ, ਪਰਮੇਸ਼ਰ। ਅਸੀਂ ਤਾਂ ਹਮ ਸਾਧ ਜਨਾ ਕੇ ਕੀਰੇ,
ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਰੁਲਦੇ ਫਿਰਨ ਵਾਲੇ ਨਿੱਕੇ ਨਿੱਕੇ ਕੀੜੇ ਆ। ਮੇਰੇ ਸਤਿਗੁਰੂ ਜੀ ਤਾਂ ਸਤਿਗੁਰ ਪਰਮੇਸ਼ਰ ਮੇਰਾ, ਮੇਰੇ ਸਤਿਗੁਰੂ ਜੀ ਰੱਬ ਨੇ, ਚੱਲ ਤੈਨੂੰ ਰੱਬ ਦੇ ਕੋਲ ਲੈ ਚੱਲੀਏ। ਤੇ ਫਿਰ ਭਾਈ ਲਖੂ ਧਾੜਵੀ ਜੀ ਨੂੰ ਭਾਈ ਪਿਰਾਣਾ ਜੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਲੈ ਕਰਕੇ ਪੁੱਜੇ ਨੇ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪਰਉਪਕਾਰ ਦੀ ਸਾਖੀ ਨੂੰ ਸਰਵਣ ਕਰਕੇ ਬੜਾ ਖੁਸ਼ ਹੋਏ ਤੇ ਲਖੂ ਨੂੰ ਉਪਦੇਸ਼ ਦੇਣਾ ਕੀਤਾ, ਜਿੰਨਾ ਵੀ ਧਨ ਮਾਲ ਲੁੱਟਦਾ ਤੇਰੇ ਘਰ ਦੇ ਵਿੱਚ ਜਮਾ ਪਿਆ ਨਾ, ਜਿੰਨਾ ਜਿੰਨਾ ਦੇ ਕੋਲੋਂ ਲੁੱਟਿਆ ਸਾਰਿਆਂ ਦਾ ਉਹਨਾਂ ਨੂੰ ਵਾਪਸ ਕਰਕੇ ਫਿਰ ਸਾਡੇ ਕੋਲ ਆ। ਫਿਰ ਘਰ ਗਏ ਭਾਈ ਲਖੂ ਜੀ, ਜਿੰਨਾ ਧਨ ਮਾਲ ਕਿਸੇ ਦੇ ਘਰ ਵਿੱਚ ਸੰਨ ਲਾਈ ਸੀ, ਧਾੜਾ ਮਾਰਿਆ ਸੀ, ਲੁੱਟਿਆ ਸੀ, ਸਾਰਿਆਂ ਨੂੰ ਵਾਪਸ ਕਰਕੇ ਫਿਰ ਗੁਰੂ ਕੇ ਚਰਨੀ ਆ ਗਏ। ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਸੇਵਾ ਵਿੱਚ ਲਾ ਲਿਆ, ਨਾਮ ਦੀ ਦਾਤ ਬਖਸ਼ਿਸ਼ ਕੀਤੀ, ਹਿਰਦੇ ਦਾ ਪ੍ਰੇਮ ਵਧਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਪ੍ਰਚਾਰਕ ਸਿੱਖ ਬਣਾਇਆ। ਤੇ ਬੇਨਤੀ ਕਰਾਂ, ਇਹੋ ਹੀ ਭਾਈ ਲਖੂ ਜੀ ਲਾਹੌਰ ਵਿੱਚ ਜਾ ਕਰਕੇ ਵਸਦੇ ਸਨ। ਤੇ ਜਿਨ੍ਹਾਂ ਨੇ ਭਾਈ ਬੁੱਧੂ ਨੂੰ ਕਹਿ ਦਿੱਤਾ ਸੀ ਨਾ, ਤੇਰਾ ਆਵਾ ਪਿੱਲਾ ਰਵੇ, ਇਹ ਉਹੋ ਹੀ ਭਾਈ ਲਖੂ ਜੀ ਕਮਾਈ ਕਰਕੇ ਬਣੇ ਨੇ। ਪਹਿਲਾਂ ਧਾੜਵੀ ਸਨ। ਇਹਨਾਂ ਦਾ ਨਾਮ ਭਾਈ ਲਖੀਆ ਜੀ, ਭਾਈ ਕਮਲੀਆ ਜੀ ਤੇ ਭਾਈ ਪਟੋਲੀਆ ਜੀ ਵੀ ਇਤਿਹਾਸ ਦੇ ਵਿੱਚ ਆਉਂਦਾ ਹੈ। ਐਸਾ ਨੇਮ ਸੀ, 21 ਪਾਠ ਜਪਜੀ ਸਾਹਿਬ ਜੀ ਦੇ ਕਰਕੇ ਫੇਰ ਹੀ ਅੰਨ ਜਲ ਮੂੰਹ ਨੂੰ ਲਾਉਂਦੇ ਸਨ, ਉਹਨਾਂ ਚਿਰ ਕੁਝ ਛਕਦੇ ਨਹੀਂ ਸਨ। ਤੇ ਜਿਨ੍ਹਾਂ ਬੀਬੀਆਂ ਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੰਠ ਨਹੀਂ ਸੀ, ਜਪਜੀ ਸਾਹਿਬ ਦਾ ਨਿਤਨੇਮ ਨਹੀਂ ਸਨ ਕਰਦੀਆਂ, ਉਹਨਾਂ ਦੇ ਹੱਥੋਂ ਤੇ ਜਲ ਵੀ ਨਹੀਂ ਸਨ ਛਕਦੇ। ਐਸਾ ਸਿੱਖੀ ਦਾ ਪ੍ਰਚਾਰ ਕੀਤਾ, ਸਾਰੇ ਲਾਹੌਰ ਦੀਆਂ ਬੀਬੀਆਂ ਨੇ ਜਪਜੀ ਸਾਹਿਬ ਦੇ ਪਾਠ ਕੰਠ ਕਰ ਲਏ ਤੇ ਨਿਤਨੇਮਣਾ ਹੋ ਗਈਆਂ। ਗੁਰੂ ਕੇ ਸਿੱਖ ਦੇ ਪਿਆਰ ਦੇ ਨਾਲ ਬਾਣੀ ਪੜ੍ਹਨੇ ਵਾਲੇ ਦੀ ਸੇਵਾ ਕਰਾਂਗੀਆਂ, ਪ੍ਰਸ਼ਾਦਾ ਛਕਾਵਾਂਗੀਆਂ। ਇਸ ਪ੍ਰਕਾਰ ਇਹ ਭਾਈ ਲਖੂ ਧਾੜਵੀ ਜੀ ਨੂੰ ਲਖੂ ਧਾੜਵੀ ਤੋਂ ਭਾਈ ਲਖੀਆ ਜੀ ਬ੍ਰਹਮ ਗਿਆਨੀ ਅਵਸਥਾ ਤੱਕ ਪਹੁੰਚਾਉਣ ਦੇ ਵਿੱਚ ਸਹਾਇਕ ਹੋਏ ਨੇ। ਭਾਈ ਪੁਰਾਣੇ ਜੀ ਗੁਰੂ ਕੇ ਚਰਨਾਂ ਵਿੱਚ ਲੈ ਕਰਕੇ ਆਏ ਨੇ। ਤੇ ਅਗਲੀ ਬੇਨਤੀ ਕਰਾਂ, ਇਹੀਓ ਭਾਈ ਪਿਰਾਣਾ ਜੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 5 ਪਿਆਰਿਆਂ ਦੇ ਵਿੱਚੋਂ 5 ਸਿੱਖਾਂ ਦੇ ਵਿੱਚੋਂ ਇੱਕ ਨੇ। ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਲਾਹੌਰ ਸ਼ਹਾਦਤ ਦੇਣ ਵਾਸਤੇ ਗਏ ਨੇ ਨਾ, ਉਸ ਵੇਲੇ ਭਾਈ ਲੰਗਾਹਾ ਜੀ, ਭਾਈ ਪਿਰਾਣਾ ਜੀ, ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਜੇਠਾ ਜੀ ਇਤਿਆਦਿਕ 5 ਸਿੱਖ ਸਤਿਗੁਰੂ ਜੀ ਦੇ ਨਾਲ ਗਏ ਨੇ। ਭਾਈ ਮੋਖਾ ਜੀ, ਇਸ ਪ੍ਰਕਾਰ 5 ਸਿੱਖ ਨਾਲ ਗਏ ਨੇ। ਤੇ ਉਹਨਾਂ ਹਜ਼ੂਰੀ 5 ਸਿੱਖਾਂ ਦੇ ਵਿੱਚੋਂ ਇਦਾਂ ਕਹਿ ਲਈਏ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ 5 ਪਿਆਰਿਆਂ ਦੇ ਵਿੱਚੋਂ ਇੱਕ ਪਿਆਰੇ ਇੱਕ ਸਿੱਖ ਨੇ। ਹਿਰਦੇ ਵਿੱਚ ਕਿੰਤੂ ਨਾ ਆ ਜਾਵੇ ਜੀ, ਪਿਆਰੇ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਜੇ ਨੇ। ਤੇ ਬੇਨਤੀ ਕਰਾਂ, ਆਦਿ ਗੁਰੂ ਸਾਹਿਬਾਨ ਵੀ 5 ਸਿੱਖਾਂ ਨੂੰ ਨਾਲ ਰੱਖਿਆ ਕਰਦੇ ਸਨ, ਪਰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸੀਸ ਲੈ ਕਰਕੇ ਆਤਮਿਕ ਸ਼ਕਤੀ ਦੇ ਨਾਲ ਸੁਰਜੀਤ ਕਰਕੇ ਉਹਨਾਂ ਨੂੰ ਖਿਤਾਬ, ਉਹਨਾਂ ਨੂੰ ਤਖੱਲਸ ਦੇਣਾ ਕੀਤਾ, ਇਹ ਸਾਡੇ ਪਿਆਰੇ ਨੇ। ਇਸ ਕਰਕੇ 5 ਪਿਆਰੇ ਕਲਗੀਧਰ ਸਾਹਿਬ ਜੀ ਦੇ ਪ੍ਰਸਿੱਧ ਹੋਏ। ਪਰ ਪਹਿਲਾਂ ਵੀ ਆਦਿ ਸਤਿਗੁਰੂ ਜੀ 5 ਸਿੱਖਾਂ ਨੂੰ ਨਾਲ ਰੱਖਿਆ ਕਰਦੇ ਸਨ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਚੱਲ ਕਰਕੇ ਦਿੱਲੀ ਪਾਵਨ ਸਰੀਰ ਦੀ ਸ਼ਹਾਦਤ ਦੇਣ ਵਾਸਤੇ ਗਏ ਨੇ, ਤੇ ਤਾਂ ਵੀ 5 ਸਿੱਖਾਂ ਨੂੰ ਨਾਲ ਲੈ ਕਰਕੇ ਗਏ ਨੇ। ਸੋ ਇਸ ਪ੍ਰਕਾਰ 5 ਹਜ਼ੂਰੀ ਸਿੱਖ ਕਹਿ ਲਈਏ, 5 ਪਿਆਰੇ ਕਹਿ ਲਈਏ ਗੁਰੂ ਅਰਜਨ ਦੇਵ ਸਾਹਿਬ ਜੀ ਦੇ। ਉਹਨਾਂ ਦੇ ਵਿੱਚੋਂ ਇੱਕ ਸਿੱਖ ਨੇ ਭਾਈ ਪਿਰਾਣਾ ਜੀ, ਅਤਿਅੰਤ ਕਮਾਈ ਵਾਲੇ ਨੇ, ਨਾਮ ਦੇ ਰਸੀਏ ਨੇ, ਆਤਮ ਗਿਆਨੀ ਨੇ, ਸਤਿਗੁਰੂ ਜੀ ਦੇ ਭਾਵ ਵਿੱਚ ਰਹਿਣ ਵਾਲੇ ਨੇ, ਪ੍ਰੇਮ ਦੇ ਸਹਿਤ ਬੰਦਗੀ ਕਰਨ ਵਾਲੇ ਨੇ। ਤੇ ਬ੍ਰਹਮ ਗਿਆਨ ਦੀ ਅਵਸਥਾ ਹੁੰਦਿਆਂ ਵੀ ਸਤਿਗੁਰੂ ਜੀ ਦੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ ਤੇ ਲੱਕੜਾਂ ਦੀਆਂ ਪੰਡਾਂ ਜੰਗਲ ਦੇ ਵਿੱਚੋਂ ਇਕੱਠੀਆਂ ਕਰਕੇ ਚੁੱਕ ਕੇ ਲਿਆਉਂਦੇ ਨੇ। ਐਸੇ ਨਿਮਰਤਾ ਵਾਲੇ, ਪਿਆਰ ਵਾਲੇ, ਸਤਿਗੁਰੂ ਜੀ ਦੇ ਚਰਨਾਂ ਦੇ ਭੌਰੇ, ਸਤਿਗੁਰੂ ਜੀ ਦੇ ਅਨੰਨ ਗੁਰਸਿੱਖ ਜਦੋਂ ਸਤਿਗੁਰੂ ਗਰੀਬ ਨਿਵਾਜ ਜੀ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕਰਕੇ ਸ੍ਰੀ ਰਾਮਸਰ ਸਾਹਿਬ ਸਰੋਵਰ ਦੇ ਕਿਨਾਰੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਾਲੇ ਅਸਥਾਨ ਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾ ਰਹੇ ਨੇ ਨਾ, ਤੇ ਭਾਈ ਪਿਰਾਣਾ ਜੀ ਦਰਸ਼ਨ ਕਰਨ ਵਾਸਤੇ ਚੱਲ ਕਰਕੇ ਆਏ ਨੇ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਮੁਬਾਰਕ ਚਰਨ ਕਮਲਾਂ ਦੇ ਉੱਪਰ ਸੀਸ ਰੱਖਣਾ ਕੀਤਾ ਹੈ। ਤੇ ਸੀਸ ਰੱਖ ਕੇ ਇੱਕ ਚਰਨਾਂ ਦੇ ਉੱਪਰ ਪੁੱਛਣਾ ਕਰਦੇ ਨੇ, ਹੇ ਮੇਰੇ ਮਾਲਿਕ ਸਤਿਗੁਰੂ ਜੀ, ਹੇ ਦਇਆ ਨਿਧਾਨ ਕਿਰਪਾ ਦੇ ਸਾਗਰ ਜੀਓ, ਕਿਰਪਾਲਤਾ ਕਰਕੇ ਮੈਨੂੰ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਨਾ ਕਰੋ ਜੀ। ਜੋ ਮੇਰੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪਰਮਾਤਮਾ ਨੇ, ਅੰਤਰ ਆਤਮੇ ਉਹਨਾਂ ਦੇ ਨਾਲ ਅਭੇਦ ਕਿਵੇਂ ਹੋਈਏ। ਮੈਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਮੇਰੇ ਹਿਰਦੇ ਦੇ ਵਿੱਚੋਂ ਹੀ ਕਿਵੇਂ ਪ੍ਰਾਪਤ ਹੋ ਜਾਣ। ਗੁਰਬਾਣੀ ਦੇ ਪਾਵਨ ਬਚਨ ਨੇ ਨਾ, ਮਹਾਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਏ।
ਇਸ ਪ੍ਰਕਾਰ ਜਿਹੜਾ ਮਹਾਂਪੁਰਖਾਂ ਦਾ ਬੋਲਣਾ ਹੁੰਦਾ, ਬਚਨ ਹੁੰਦੇ ਨੇ ਨਾ, ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋ ਬੰਦੇ, ਇਹ ਸਾਰੇ ਸੰਸਾਰ ਦੇ ਉੱਪਰ ਪਰਉਪਕਾਰ ਕਰਨ ਵਾਸਤੇ ਭਲੇ ਦੇ ਹਿਤ ਅੰਮ੍ਰਿਤ ਬਚਨਾਂ ਨੂੰ ਬੋਲਦੇ ਨੇ। ਹੁਣ ਭਾਈ ਪਿਰਾਣਾ ਜੀ ਤੇ ਬ੍ਰਹਮ ਗਿਆਨੀ ਨੇ, ਅੰਤਰ ਆਤਮੇ ਪਹਿਲਾਂ ਹੀ ਮਿਲੇ ਹੋਏ ਨੇ। ਪ੍ਰਗਟ ਤੇ ਇਹ ਕਰਨਾ ਹੈ ਕਿ ਜਿਹੜੇ ਜਗਿਆਸੂ ਆਪ ਜੀ ਦੇ ਨਾਲੋਂ ਟੁੱਟੇ ਨੇ, ਪ੍ਰਮਾਤਮਾ ਜੀ ਦੇ ਨਾਲੋਂ ਟੁੱਟੇ ਨੇ, ਜਨਮਾਂ ਜਨਮਾਂਤਰਾਂ ਦੇ ਵਿਛੋੜੇ ਵਿੱਚ ਸੜਦੇ ਨੇ, 84 ਲੱਖ ਦੇ ਗੇੜਿਆਂ ਵਿੱਚ ਆਉਂਦੇ ਨੇ, ਇਹਨਾਂ ਦਾ ਭਲਾ ਕਿਵੇਂ ਹੋ ਜਾਵੇ। ਪਰ ਉਪਦੇਸ਼ ਨੂੰ ਆਪਣੇ ਤੇ ਲਗਾ ਕਰਕੇ ਪੁੱਛਦੇ ਨੇ। ਜਿਸ ਪ੍ਰਕਾਰ ਸੰਵਾਦ ਤਾਂ ਆਪ ਸਤਿਗੁਰੂ ਜੀ ਦੇ ਨਾਲ ਕਰਨਗੇ, ਪਰ ਸਿੱਖਿਆ ਸਾਰੇ ਸੰਸਾਰ ਨੂੰ ਸਾਂਝੀ ਦੇਣਾ ਕਰਨਗੇ। ਗਰੀਬ ਨਿਵਾਜ ਅੰਤਰ ਆਤਮੇ ਪਰਮਾਤਮਾ ਜੀ ਦਾ ਮਿਲਾਪ ਕਿਵੇਂ ਹੋਵੇ, ਇਸ ਜੀਵ ਦਾ ਪਰਮਾਤਮਾ ਜੀ ਦੇ ਨਾਲੋਂ ਵਿਛੋੜਾ ਕਿਉਂ ਤੇ ਕਿਵੇਂ ਪਿਆ ਹੋਇਆ ਏ। ਤੇ ਹਜ਼ੂਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਫਰਮਾਨ ਕਰਨਾ ਕਰਦੇ ਨੇ। ਰਾਗ ਗੌੜੀ ਪੂਰਬੀ, ਮਹੱਲਾ ਪੰਜਵਾ। ਮਹੱਲਾ ਦਾ ਅਰਥ ਹੈ ਪਾਤਸ਼ਾਹ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸੋ ਗੌੜੀ ਰਾਗ ਦੇ ਅੰਦਰ, ਜੋ ਕਿ ਗੌੜੀ ਰਾਗ ਦੀ ਪੂਰਬੀ ਜਾਤੀ ਹੈ, ਪੂਰਬੀ ਜਾਤੀ ਦੇ ਅੰਦਰ ਕਥਨ ਕਰਦੇ ਨੇ। ਤੇ ਸਾਧ ਸੰਗਤ ਜੀ, ਜੋ ਪੂਰਬੀ ਜਾਤੀ ਹੈ, ਇਸ ਦੇ ਚਰਨਾਂ ਦੇ ਵਿੱਚ ਇੱਕ ਛੋਟਾ ਜਿਹਾ ਅੰਕ ਲਿਖਿਆ ਹੁੰਦਾ, ਏਕਾ, ਦੂਆ, ਤੀਆ, ਭਾਵ 1, 2 ਤੇ 3। ਕਿਸੇ ਸ਼ਬਦ ਦੇ ਪੂਰਬੀ ਦੇ ਹੇਠਾਂ 1 ਅੰਕ, ਫਿਰ 2 ਅੰਕ, ਕਿਸੇ ਹੋਰ ਦੇ ਥੱਲੇ 3 ਅੰਕ। ਇਹਨਾਂ ਤੋਂ ਭਾਵ ਇਹ ਹੁੰਦਾ ਹੈ, ਜਿਵੇਂ ਗੌੜੀ ਰਾਗ ਦੀ ਇਹ ਪੂਰਬੀ ਜਾਤੀ ਹੈ ਨਾ, ਪੂਰਬੀ ਜਾਤੀ ਦੇ ਅੱਗੇ ਫਿਰ ਘਰ ਸੁਰਤਾਲ ਹੁੰਦੇ ਨੇ। ਇਸ ਨੂੰ ਕੀਰਤਨ ਕਰਨ ਦੇ ਸਮੇਂ ਪਹਿਲੇ ਸੁਰਤਾਲ ਘਰ ਦੇ ਵਿੱਚ ਗਾਇਨ ਕਰਨਾ ਹੈ। ਇਵੇਂ ਪੂਰਬੀ ਜਾਤੀ ਦੀਆਂ ਅੱਗੇ ਫਿਰ ਅੱਗੇ ਹੋਰ ਕਿਸਮਾਂ ਨੇ, ਜਾਤੀਆਂ ਨੇ। ਇਹ ਜਿਹੜੀ ਪੂਰਬੀ ਜਾਤੀ ਹੈ, ਇਹ ਪਹਿਲੀ ਕਿਸਮ ਦੀ ਹੈ। ਜਿਸ ਪੂਰਬੀ ਦੇ ਥੱਲੇ 2 ਲਿਖਿਆ ਆਵੇਗਾ ਉਹ ਦੂਸਰੀ ਕਿਸਮ ਦੀ ਹੈ, 3 ਲਿਖਿਆ ਆਵੇਗਾ ਉਹ ਤੀਸਰੀ ਕਿਸਮ ਦੀ ਹੈ। ਇਸੇ ਪ੍ਰਕਾਰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੀ ਕਥਾ ਸਰਵਣ ਕਰਨੇ ਤੋਂ ਪਤਾ ਲੱਗਦਾ ਹੈ। ਆਪ ਜੀ ਦੱਸਦੇ ਨੇ, ਜਿਹੜੇ ਕਮਾਈ ਵਾਲੇ ਮਹਾਤਮਾ ਤਤ ਵੇਤੇ ਸਤਪੁਰਖ ਨੇ ਨਾ, ਉਹਨਾਂ ਨੇ ਆਪਣੇ ਆਤਮ ਨਿਰਣੇ ਦੇ ਵਿਚਾਰ ਦੇ ਨਾਲ ਇਹ ਬਚਨ ਪ੍ਰਗਟ ਕਰਨਾ ਕੀਤੇ ਨੇ। ਜਿਸ ਸ਼ਬਦ ਦੇ ਥੱਲੇ 1 ਲਿਖਿਆ ਹੈ, 2 ਲਿਖਿਆ ਜਾਂ 3 ਲਿਖਿਆ ਹੈ, ਇਸ ਦਾ ਭਾਵ ਇਹ ਵੀ ਹੈ ਕਿ ਇਸ ਸ਼ਬਦ ਦਾ 1 ਲੱਖ ਵਾਰ ਜਾਪ ਕੀਤਾ ਜਾਵੇ। ਜਿਸ ਦੇ ਥੱਲੇ 2 ਲਿਖਿਆ, 2 ਲੱਖ ਵਾਰ ਜਾਪ ਕੀਤਾ ਜਾਵੇ। ਜਿਸ ਦੇ ਥੱਲੇ 3 ਲਿਖਿਆ, 3 ਲੱਖ ਵਾਰ ਜਾਪ ਕੀਤਾ ਜਾਵੇ। ਤੇ ਜਿਸ ਮਨੋ ਭਾਵ ਨੂੰ, ਮਨੋ ਕਾਮਨਾ ਨੂੰ ਲੈ ਕਰਕੇ ਜਾਪ ਕੀਤਾ ਜਾਵੇ, ਅਭਿਆਸ ਕੀਤਾ ਜਾਵੇ, ਗੁਰਦੇਵ ਪਿਤਾ ਜੀ ਕਿਰਪਾਲਤਾ ਕਰਕੇ ਉਹ ਕਾਮਨਾਵਾਂ, ਉਹ ਭਾਵਨਾਵਾਂ ਪੂਰੀਆਂ ਕਰਦੇ ਨੇ। ਇਸ ਪ੍ਰਕਾਰ ਜੋ ਪੂਰਬੀ ਦੇ ਹੇਠਾਂ 1 ਅੰਕ ਲਿਖਿਆ, ਉਸ ਦੇ ਇਹ ਵੱਖ-ਵੱਖ ਵਿਚਾਰ ਅਥਵਾ ਅਰਥ ਵਿਚਾਰਵਾਨਾਂ ਨੇ, ਵਿਦਵਾਨ ਜਨਾਂ ਨੇ ਦੱਸਣਾ ਕੀਤੇ ਨੇ। ਸੋ ਹਜ਼ੂਰ ਪੰਜਵੇਂ ਪਾਤਸ਼ਾਹ ਜੀ, ਗੌੜੀ ਰਾਗ ਹੈ, ਪੂਰਬੀ ਇਸ ਦੀ ਜਾਤੀ ਹੈ, ਪਾਵਨ ਉਪਦੇਸ਼ ਬਖਸ਼ਦੇ ਹਨ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਹਿਲਾਂ ਬੈਰਾਗਣ ਅਤੇ ਚੇਤੀ ਵਾਲੀ ਜਾਤੀ ਦੀ ਗੌੜੀ ਦੇ ਅੰਦਰ ਉਪਦੇਸ਼ ਸ਼ਰਵਣ ਕੀਤੇ ਨੇ। ਹੁਣ ਪੂਰਬੀ ਜਾਤੀ ਨੂੰ ਪ੍ਰਾਰੰਭ ਕਰਦੇ ਨੇ ਤੇ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਇੱਕ ਜੋ ਉਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ। ਇੱਕ ਰਸ ਇੱਕ ਰੂਪ ਸਦੀਵ ਕਾਲ ਸਥਿਰ ਰਹਿਣੇ ਵਾਲਾ ਹੈ। द्वंद्ववाद ਤੋਂ ਰਹਿਤ ਏਕਤਾ ਸਭ ਰੂਪ ਵਾਲਾ ਹੈ। ਜਿਸ ਦਾ ਨਾਮ ਹੀ ਲੈਣਾ ਕਰੀਏ ਤੇ ਵਾਹਿਗੁਰੂ ਜੀ ਰਖਵਾਲੀ ਕਰਦੇ ਨੇ ਤੇ ਸਾਰਿਆਂ ਜੀਆਂ ਦਾ ਪੈਦਾ ਕਰਤਾ ਭਰਤਾ ਤੇ ਹਰਤਾ ਹਨ। ਐਸੇ ਅਕਾਲ ਪੁਰਖ ਵਾਹਿਗੁਰੂ ਜੀ ਸਤ ਸਦਾ ਸੱਚ ਸਰੂਪ ਨੇ, ਪੂਜਨੀਕ ਨੇ, ਰਸਾਂ ਕਸਾਂ ਤੋਂ ਪਰੇ ਨੇ ਤੇ ਪੂਰੇ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦੇ ਹਨ ਜੀ। ਕਿਨ ਬਿਧ ਮਿਲੈ ਗੁਸਾਈ ਮੇਰੇ RAM ਰਾਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਭਾਈ ਪ੍ਰਾਣਾ ਜੀ ਦੇ ਨਾਲ ਜੋ ਸੰਵਾਦ ਹੁੰਦਾ ਨਾ, ਭਾਈ ਪ੍ਰਾਣਾ ਜੀ ਜੋ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪ੍ਰਸ਼ਨ ਪੁੱਛਦੇ ਨੇ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਵਾਬ ਦਿੰਦੇ ਨੇ। ਇਸ ਸਾਰੇ ਸੰਵਾਦ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਕੇ ਗੁਰ ਸ਼ਬਦ ਦੇ ਸਵਰੂਪ ਦੇ ਅੰਦਰ ਉਚਾਰਨਾ ਕਰਦੇ ਨੇ। ਭਾਈ ਪ੍ਰਾਣਾ ਜੀ ਦੀ ਬੇਨਤੀ ਹੈ, ਹੇ ਮੇਰੇ RAM ਰਾਏ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪੀ ਦੇ ਸਰਗੁਣ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਮੇਰਾ ਜੋ ਗੁਸਾਈ ਹੈ ਗੋ ਨਾਮ ਪ੍ਰਿਥਵੀ ਦਾ, ਸਾਈ ਨਾਮ ਮਾਲਕ ਦਾ। ਪ੍ਰਿਥਵੀ ਪਤੀ, ਭੂਪਤ, ਭੂਮੀ ਦਾ ਰਾਜਾ, ਸਾਰੇ ਬ੍ਰਹਮੰਡਾਂ ਦੇ ਮਾਲਕ,
ਹਰੀ ਅਕਾਲ ਪੁਰਖ ਵਾਹਿਗੁਰੂ ਜੀ ਗੁਸਾਈ ਜੀ ਨੇ ਕਿਨ ਬਿਧ ਮਿਲੈ। ਮੈਂ ਤੇ ਇਸ ਗੁਸਾਈ ਜੀ ਨੂੰ, ਮਾਲਕ ਪ੍ਰਮਾਤਮਾ ਜੀ ਨੂੰ, ਹਰੀ ਵਾਹਿਗੁਰੂ ਜੀ ਨੇ ਕਿਸ ਵਿਧੀ ਦੇ ਨਾਲ ਮਿਲਣਾ ਕਰਾਂ। ਉਹ ਕਿਹੜੀ ਵਿਧੀ ਹੈ ਜਿਸ ਵਿਧੀ ਨੂੰ ਧਾਰਨ ਕਰਨੇ ਦੇ ਨਾਲ, ਜੁਗਤ ਨੂੰ ਅਪਣਾਉਣ ਦੇ ਨਾਲ ਮੇਰੇ ਗੁਸਾਈ ਜੀ, ਮੇਰੇ ਮਾਲਕ ਜੀ, ਮੇਰੇ ਪਰਮਾਤਮਾ ਜੀ, ਮੇਰੇ ਸਾਹਿਬ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਮਿਲ ਪਾਣ। ਜੋ ਮੇਰਾ ਰਾਮ ਰਾਏ ਰਮਿਆ ਹੋਇਆ ਪਰਮੇਸ਼ਰ, ਰਾਏ ਪ੍ਰਕਾਸ਼ ਸਰੂਪ ਹੈ ਗਰੀਬ ਨਿਵਾਜ ਜੀ, ਐਸੇ ਪ੍ਰਮਾਤਮਾ ਜੀ ਨੂੰ ਮੈਂ ਕਿਵੇਂ ਮਿਲ ਪਾਵਾਂ, ਅਥਵਾ ਐਸੇ ਪ੍ਰਮਾਤਮਾ ਜੀ ਮੈਨੂੰ ਕਿਵੇਂ ਮਿਲ ਪੈਣ, ਕਿਵੇਂ ਮੈਂ ਤਿੰਨਾਂ ਦੇ ਮਿਲਾਪ ਵਾਲਾ ਸੰਗੀ ਸਾਥੀ ਹੋ ਜਾਵਾਂ। ਕੋਈ ਐਸਾ ਸੰਤ ਸਹਿਜ ਸੁਖ ਦਾਤਾ। ਹੈ ਕੋਈ ਮਹਾਰਾਜ ਐਸਾ ਸੰਤ ਜਿਹੜਾ ਸਹਿਜ ਗਿਆਨ ਪ੍ਰਾਪਤ ਅਵਸਥਾ ਨੂੰ ਪ੍ਰਾਪਤ ਹੋ ਕਰਕੇ ਸੁਖਦਾਤਾ ਪਰਮੇਸ਼ਰ ਤੱਕ ਪਹੁੰਚ ਰੱਖਦਾ ਹੋਵੇ। ਭਾਵ ਸੁਖਦਾਤਾ ਪਰਮੇਸ਼ਰ ਜੀ ਦਾ ਆਤਮ ਗਿਆਨ ਜਿਸ ਨੂੰ ਪ੍ਰਾਪਤ ਹੋਵੇ, ਐਸਾ ਕੋਈ ਬ੍ਰਹਮ ਗਿਆਨੀ ਮਹਾਂਪੁਰਖ ਸਹਿਜ ਸੁਖਦਾਤਾ। ਸਹਿਜ ਤੋਂ ਭਾਵ ਹੈ ਗਿਆਨ। ਗਿਆਨ ਕੇਵਲ ਤਾਂ ਕੇਵਲ ਅਖਰੀ ਗਿਆਨ ਨਹੀਂ, ਰੱਟਾ ਮਾਰ ਕੇ ਯਾਦ ਕਰ ਲੈਣੇ ਵਾਲਾ ਗਿਆਨ ਨਹੀਂ, ਕਿਤਾਬੀ ਗਿਆਨ ਨਹੀਂ, ਭੂਮੀ ਜਾਂ ਜੀਵਾਂ ਦਾ ਗਿਆਨ ਨਹੀਂ। ਗਿਆਨ ਕਿਹੜਾ ਹੈ? ਆਤਮ ਗਿਆਨ, ਤੁਰਿਆ ਪਦ ਦਾ ਗਿਆਨ, ਚੌਥੀ ਭੂਮਿਕਾ ਦਾ ਗਿਆਨ, ਗਿਆਨ ਅਰੂੜ ਅਵਸਥਾ ਦਾ ਅਧਿਕਾਰੀ, ਭਾਵ ਕਿ ਬ੍ਰਹਮ ਗਿਆਨ, ਜਿਹੜਾ ਸਹਿਜ ਗਿਆਨ ਦੇ ਪ੍ਰਾਪਤ ਕਰਨੇ ਵਾਲਾ ਸੁਖਦਾਤਾ, ਜੋ ਸੁੱਖਾਂ ਦੇ ਦਾਤਾ ਪਰਮੇਸ਼ਰ ਜੀ ਨੇ, ਤਿਸ ਦਾ ਗਿਆਨ ਜਿਸ ਨੂੰ ਪ੍ਰਾਪਤ ਹੋਵੇ। ਸੁੱਖਾਂ ਦਾ ਦਾਤਾ ਤੇ ਬ੍ਰਹਮ ਹੈ ਨਾ, ਪ੍ਰਮਾਤਮਾ ਜੀ। ਜਿਸ ਨੂੰ ਪਾਰ ਬ੍ਰਹਮ ਪ੍ਰਮਾਤਮਾ ਜੀ ਦਾ ਗਿਆਨ ਹੋਵੇ, ਐਸਾ ਕੋਈ ਹੈ ਸੰਤ ਜਿਸ ਨੂੰ ਮੈਂ ਮਿਲ ਪਾਵਾਂ ਤੇ ਮੈਨੂੰ ਵਾਹਿਗੁਰੂ ਜੀ ਦੇ ਨਾਲ ਮਿਲਾ ਦੇਵੇ। ਇਸੇ ਹੀ ਪ੍ਰਕਾਰ ਕੋਈ ਐਸਾ ਸੰਤ ਹੈ, ਕੋਈ ਐਸਾ ਸੰਤ। ਇੱਥੇ ਜੋ ਸੰਤ ਦਾ ਅਰਥ ਹੈ ਸ਼ਾਂਤ ਆਤਮਾ ਵੀ ਹੈ, ਤੇ ਸੰਤ ਦਾ ਅਰਥ ਸੱਸੇ ਦੇ ਵਿੱਚੋਂ ਵਿਆਕਰਣ ਦੇ ਅਨੁਸਾਰ ਐੜੇ ਦੀ ਆਵਾਜ਼ ਨਿਕਲੇਗੀ ਤੇ ਉਚਾਰਨ ਬਣੇਗਾ ਸ ਅੰਤ। ਸ ਤੋਂ ਭਾਵ ਹੈ ਸਾਰੀਆਂ ਹੀ, ਜਿਸ ਦੇ ਮਨ ਦੀਆਂ ਸਾਰੀਆਂ ਜਿਤਨੀਆਂ ਵਾਸ਼ਨਾਵਾਂ ਵਾ ਉਹਨਾਂ ਦਾ ਅੰਤ ਹੋ ਗਿਆ ਹੋਵੇ। ਐਸਾ ਸੰਤ ਜਿਸ ਦੇ ਮਨ ਦੇ ਅੰਦਰ ਕੋਈ ਵਾਸ਼ਨਾ ਨਾ ਹੋਵੇ, ਕੋਈ ਵਿਕਾਰ ਨਾ ਹੋਵੇ, ਨਿਰਵਿਕਾਰ ਜੀਵਨ ਹੋਵੇ, ਨਾਮ ਦਾ ਰਸੀਆ ਹੋਵੇ। ਹੈ ਕੋਈ ਐਸਾ ਸੰਤ ਜਿਸ ਨੂੰ ਮੈਂ ਜਾ ਕਰਕੇ ਮਿਲਾਂ। ਸਹਿਜ ਸੁਖ ਦਾਤਾ। ਤੇ ਜਿਹੜਾ ਸੰਤ ਸਹਿਜ ਸਰੂਪ ਸੁੱਖਾਂ ਦੇ ਦਾਤੇ ਪਰਮੇਸ਼ਰ ਜੀ ਨੂੰ ਮਿਲਿਆ ਹੋਵੇ, ਸਹਿਜ ਗਿਆਨ ਨੂੰ ਪ੍ਰਾਪਤ ਕਰਕੇ ਸੁਖਦਾਤਾ ਜੀ ਦਾ ਸਰੂਪ ਹੀ ਹੋ ਗਿਆ ਹੋਵੇ, ਸੁਖਦਾਤਾ ਪ੍ਰਮਾਤਮਾ ਜੀ ਦੇ ਮਿਲਾਪ ਵਾਲਾ ਮੇਲੀ ਹੋਵੇ। ਮੋਹਿ ਮਾਰਗ ਦੇ ਬਤਾਈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਮੋਹੇ ਮੈਨੂੰ ਉਹ ਪਰਮਾਤਮਾ ਜੀ ਦੀ ਪ੍ਰਾਪਤੀ ਦਾ ਮਾਰਗ, ਜਿਹੜਾ ਰਸਤਾ ਹੈ ਨਾ, ਉਹ ਦੱਸ ਦੇਵੇ, ਦਿਖਾਲ ਦੇਵੇ, ਤਾਂ ਮੈਂ ਪਰਮਾਤਮਾ ਜੀ ਤੱਕ ਪਹੁੰਚ ਸਕਦਾ ਹਾਂ। ਨਹੀਂ ਤਾਂ ਅਸੀਂ ਅਲਪੱਗ ਜੀਵ ਪਰਮਾਤਮਾ ਜੀ ਦੇ ਪ੍ਰੇਮਾ ਭਗਤੀ ਦੇ ਮਾਰਗ ਤੋਂ ਖੁੰਝ ਜਾਂਦੇ ਹਾਂ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਇਹ ਤੇ ਐਸੇ ਪੂਰੇ ਸੰਤ ਜਿਨ੍ਹਾਂ ਨੇ ਵਾਸ਼ਨਾਵਾਂ ਦਾ ਅੰਤ ਕਰ ਲਿਆ ਹੋਵੇ। ਇਸੇ ਪ੍ਰਕਾਰ ਸਿਮਰਨ, ਨਿਮਰਤਾ ਤੇ ਤਿਆਗ ਜਿਨ੍ਹਾਂ ਦੇ ਜੀਵਨ ਦਾ ਗਹਿਣਾ ਹੋਵੇ, ਸਵਰੂਪ ਹੋਵੇ, ਐਸਾ ਸੰਤ ਮੈਨੂੰ ਮਿਲ ਜਾਵੇ ਤਾਂ ਪ੍ਰਮਾਤਮਾ ਜੀ ਦੇ ਨਾਲ ਮਿਲਾ ਸਕਦਾ ਹੈ, ਤਾਂ ਮੇਰਾ ਮੇਲ ਹੋ ਸਕਦਾ ਹੈ। ਇਸੇ ਹੀ ਪ੍ਰਕਾਰ ਕੋਈ ਐਸਾ ਸੰਤ, ਕੋਈ ਐਸਾ ਸੰਤ ਸਹਿਜ ਸੁਖ ਦਾਤਾ। ਕੋਈ ਐਸਾ ਸੰਤ ਜਿਸ ਨੂੰ ਮਿਲ ਕਰਕੇ ਮੈਂ ਸਹਿਜ ਅਵਸਥਾ ਦਾ ਧਾਰਨੀ ਹੋ ਜਾਵਾਂ। ਐਸਾ ਸੰਤ ਜਿਹੜਾ ਮੈਨੂੰ ਸਹਿਜ ਗਿਆਨ ਦੇ ਬਖਸ਼ਣੇ ਵਾਲਾ ਹੋਵੇ ਤੇ ਸੁਖਦਾਤਾ ਪਰਮੇਸ਼ਰ ਜੀ ਦੇ ਨਾਲ ਮਿਲ ਦੇਵੇ। ਮੋਹੇ ਮਾਰਗ ਦੇ ਬਤਾਈ। ਮੋਹੇ ਮੇਰੇ ਹਿਰਦੇ ਦੇ ਵਿੱਚੋਂ ਜਿਹੜਾ ਮੋਹ ਰੂਪੀ ਵਿਕਾਰ ਹੈ ਨਾ, ਇਸ ਨੂੰ ਅਭਾਵ ਕਰਕੇ ਪਰਮਾਤਮਾ ਜੀ ਦੀ ਪ੍ਰੇਮਾ ਭਗਤੀ ਦਾ ਮਾਰਗ ਮੈਨੂੰ ਬਤਾਈ, ਦੱਸ ਦੇਣਾ ਕਰੇ। ਸੱਚੇ ਪਾਤਸ਼ਾਹ ਕਿਰਪਾਲਤਾ ਕਰੋ, ਐਸਾ ਕੋਈ ਸੰਤ ਹੈ ਤੇ ਮੈਨੂੰ ਦੱਸਣਾ ਕਰੋ, ਕਿਉਂਕਿ ਐਸੇ ਸੰਤ ਨੂੰ ਮਿਲ ਕਰਕੇ ਹੀ ਪ੍ਰਮਾਤਮਾ ਜੀ ਦੀ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲ ਸਕਦੇ ਹਾਂ। ਹੁਣ ਸਵਾਲ ਪੈਦਾ ਹੁੰਦਾ ਹੈ, ਸੰਤ ਤਾਈ ਦੇ ਦਾਤੇ, ਬ੍ਰਹਮ ਗਿਆਨ ਦੇ ਸਾਗਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਪ੍ਰਤੱਖ ਨੇ। ਹੁਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਸੰਤ ਦੀ ਪੁੱਛ ਕਿਉਂ ਕੀਤੀ ਜਾ ਰਹੀ ਹੈ? ਸਾਧ ਸੰਗਤ ਜੀ, ਉਹ ਸਾਡੇ ਵਾਸਤੇ ਹੈ, ਸਾਡੇ ਵਾਸਤੇ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਆਤਮ ਵਿਸ਼ੈਣੀ ਮਤ ਨਾ ਹੋਣੇ ਕਰਕੇ ਸਤਿਗੁਰੂ ਜੀ ਨੂੰ ਪ੍ਰਤੱਖ ਪੁੱਛ ਕਰਕੇ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਸਮਝ ਲਈਏ, ਇੰਨੀ ਸਾਡੀ ਬੁੱਧੀ ਨਹੀਂ, ਇੰਨੀ ਅਕਲ ਦੇ ਅਸੀਂ ਮਾਲਕ ਨਹੀਂ। ਭਵਿੱਖ ਨੂੰ ਵਿਚਾਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸਾਡੇ ਵਾਸਤੇ ਅਰਦਾਸ ਕਰਦੇ ਨੇ, ਸਿਖਾ
ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਆ ਕਰਕੇ ਇਸ ਪ੍ਰਕਾਰ ਅਰਦਾਸ ਕਰੀ, ਸਤਿਗੁਰੂ ਜੀ ਕੋਈ ਐਸਾ ਸੰਤ ਜਿਹੜਾ ਆਤਮ ਗਿਆਨੀ ਹੋਵੇ, ਬ੍ਰਹਮ ਗਿਆਨੀ ਹੋਵੇ, ਨਾਮ ਦਾ ਰਸੀਆ ਹੋਵੇ, ਵਿਸ਼ੇ ਵਿਕਾਰਾਂ ਤੋਂ ਰਹਿਤ ਹੋਵੇ, ਜਿਸ ਦੀਆਂ ਵਾਸ਼ਨਾਵਾਂ ਦਾ ਅੰਤ ਹੋ ਗਿਆ ਹੋਵੇ, ਮਹਾਰਾਜ ਐਸੇ ਸੰਤ ਦੀ ਮੈਨੂੰ ਦੱਸ ਪਾ ਦਿਓ, ਐਸੇ ਸੰਤ ਦੇ ਨਾਲ ਮੈਨੂੰ ਮਿਲਾ ਦਿਓ, ਜਿਸ ਨੂੰ ਮਿਲ ਕਰਕੇ ਮੈਂ ਸਹਿਜ ਅਚੁੱਤ ਸੁਖ ਦਾ ਪ੍ਰਾਪਤੀ ਕਰਨੇ ਵਾਲਾ ਹੋ ਜਾਵਾਂ ਤੇ ਸੁਖ ਦਾਤਾ ਪ੍ਰਮਾਤਮਾ ਜੀ ਦੀ ਪ੍ਰਾਪਤੀ ਹੋਵੇ। ਰਹਾਉ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਪ੍ਰਾਣਾ ਜੀ ਦੇ ਸ਼ਬਦਾਂ ਨੂੰ, ਬੇਨਤੀਆਂ ਨੂੰ ਰੂਪਮਾਨ ਆਪਣੇ ਮੁਖਾਰ ਬਿੰਦ ਚੋਂ ਕਰਦਿਆਂ ਹੋਇਆਂ ਉਚਾਰਨ ਕਰਕੇ ਰਹਾਉ ਵਿਸ਼ਰਾਮ ਦੇਣਾ ਕੀਤਾ ਹੈ। ਭਾਵ ਸ਼ਬਦ ਦਾ ਕੇਂਦਰੀ ਭਾਵ ਜਿਹੜਾ ਇਹਨਾਂ ਪੰਕਤੀਆਂ ਦੇ ਅੰਦਰ ਨੇ, ਕਿਉਂਕਿ ਸਵਾਲ ਇਸ ਦੇ ਅੰਦਰ ਨੇ, ਇਹ ਜੋ ਕੇਂਦਰੀ ਭਾਵ ਵਾਲੀਆਂ ਪੰਕਤੀਆਂ ਨੇ, ਸਾਰਾ ਸ਼ਬਦ ਇਸ ਦੀਆਂ ਪਰਿਕਰਮਾ ਕਰੇਗਾ। ਭਾਵ ਇਸ ਸਵਾਲ ਦੇ ਹੀ ਜਵਾਬਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਪਸ਼ਟ ਰੂਪ ਦੇ ਵਿੱਚ ਪ੍ਰਗਟ ਕਰਨਗੇ। ਅੰਤਰ ਅਲਖ ਨ ਜਾਈ ਲਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਸਿੱਖਾ ਜਿਸ ਪ੍ਰਮਾਤਮਾ ਨੂੰ ਤੂੰ ਲੱਭਣਾ ਚਾਹੁੰਦਾ ਹੈ, ਇੱਛਾਵਾਨ ਹੋ ਕਰਕੇ ਪ੍ਰਾਪਤ ਕਰਨਾ ਚਾਹੁੰਦਾ, ਉਹ ਤੇ ਤੇਰੇ ਅੰਦਰ ਹੀ ਹੈ, ਤੇਰੇ ਤੋਂ ਦੂਰ ਥੋੜਾ ਹੈ ਕੋਈ। ਉਹ ਤਾਂ ਅੰਤਰ ਵਸਾ ਹੈ, ਨਾ ਬਾਹਰ ਜਾਏ, ਵਸਦਾ ਹੀ ਸਦਾ ਅੰਦਰ ਹੈ। ਬਾਹਰ ਥੋੜਾ ਕਿਸੇ ਜਗ੍ਹਾ ਤੇ ਵਸਦਾ ਜਿੱਥੋਂ ਜਾ ਕਰਕੇ ਭਾਲਣਾ। ਤੇ ਜਿਸ ਵੇਲੇ ਹਜ਼ੂਰ ਜੀ ਬਚਨ ਕਰਨਾ ਕਰਦੇ ਨੇ ਤੇਰੇ ਹਿਰਦੇ ਅੰਦਰ ਵਸਦਾ, ਤੇ ਭਾਈ ਸਾਹਿਬ ਫਿਰ ਸਵਾਲ ਕਰਦੇ ਨੇ, ਪੜ੍ਹਦੇ ਹੋ ਜੀ, ਵਿੱਚ ਪੜਦਾ ਹਉ ਮੈਂ ਪਾਈ। ਸੋ ਅੰਤਰ ਹਿਰਦੇ ਦੇ ਅੰਦਰ ਤੇ ਵਸਦਾ ਹੈ, ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਡੇ ਪਾਸੋਂ ਨਾ ਜਾਈ ਲਖਿਆ, ਉਹ ਜਾਣਿਆ ਨਹੀਂ ਜਾਂਦਾ। ਜਦੋਂ ਜਾਣਿਆ ਹੀ ਨਹੀਂ ਜਾਂਦਾ ਤੇ ਫਿਰ ਅਲਖ ਹੋਇਆ ਨਾ, ਜਿਹੜਾ ਲਖਿਆ ਨਾ ਜਾਵੇ ਉਹ ਅਲਖ ਹੈ। ਸੱਚੇ ਪਾਤਸ਼ਾਹ ਆਪ ਸੱਚ ਫਰਮਾਉਂਦੇ ਹੋ, ਵਸਦਾ ਤੇ ਹਿਰਦੇ ਦੇ ਅੰਦਰ ਹੈ, ਪਰ ਅਲਖ ਸਰੂਪ ਹੋਣੇ ਕਰਕੇ ਸਾਡੇ ਤੋਂ ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ। ਗਰੀਬ ਨਿਵਾਜ ਜੇ ਅੰਦਰ ਹੀ ਵਸਦਾ ਹੈ ਤੇ ਸਾਡੇ ਤੋਂ ਜਾਣਿਆ ਕਿਉਂ ਨਹੀਂ ਜਾਂਦਾ, ਸਾਡੀ ਸਮਝ ਵਿੱਚ ਕਿਉਂ ਨਹੀਂ ਆਉਂਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ ਕਿ ਵਿੱਚ ਹਉਮੈ ਦਾ ਪਰਦਾ ਪਿਆ ਹੋਇਆ ਏ। ਹੁਣ ਇੱਕ ਮਕਾਨ ਦੇ ਅੰਦਰ ਕੋਈ ਪਰਦਾ ਲਗਾ ਦਈਏ, ਚਾਹੇ ਇੱਟਾਂ ਦਾ ਖੜਾ ਕਰਕੇ, ਚਾਹੇ ਮੋਟੇ ਕੱਪੜੇ ਦਾ, ਤੇ ਉਸ ਦੇ ਵਿੱਚ ਦੋ ਜਣੇ ਵਸਦੇ ਨੇ, ਇੱਕ ਪਰਦੇ ਦੇ ਇੱਕ ਪਾਸੇ, ਦੂਜਾ ਦੂਜੇ ਪਾਸੇ, ਆਪਸ ਵਿੱਚ ਗੱਲਬਾਤ ਕਰਦੇ ਹੀ ਨਹੀਂ ਤੇ ਇੱਕ ਦੂਸਰੇ ਨੂੰ ਸਮਝਣਗੇ ਕਿਵੇਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਹਉਮੈ ਦੇ ਸਹਿਤ ਜੀਵ ਦਾ ਆਪਾ ਭਾਵ ਵੀ ਅੰਦਰ ਹੀ ਵਸਦਾ ਹੈ। ਭਾਵ ਅਸ਼ੁੱਧ ਮਨ, ਅਸ਼ੁੱਧ ਆਤਮਾ ਕਹਿ ਲਈਏ। ਆਤਮਾ ਤੇ ਸਦਾ ਸ਼ੁੱਧ ਹੁੰਦਾ ਹੈ, ਪਰ ਕੇਵਲ ਪ੍ਰਮਾਣ ਵਾਸਤੇ ਕਹਿ ਲਿਆ ਜਾਂਦਾ ਜੀ ਮੈਲਾ ਆਤਮਾ। ਮੈਲਾ ਅਸਲ 'ਚ ਮਨ ਹੁੰਦਾ ਹੈ, ਆਤਮਾ ਤੇ ਸ਼ੁੱਧ ਸਰੂਪ ਹੀ ਹੈ। ਮੈਲਾ ਮਨ ਜੀਵ ਹਉਮੈ ਦੇ ਸਹਿਤ ਹਿਰਦੇ ਦੇ ਅੰਦਰ ਵਸਦਾ ਹੈ। ਮੈਲਾ ਕਿਉਂ ਹੋਇਆ ਜੀ? ਪਾਪਾਂ ਵਿਕਾਰਾਂ ਕਰਕੇ। ਤੇ ਆਪਣੇ ਆਪ ਨੂੰ ਵੱਡਾ ਮੰਨ ਲਿਆ, ਮੈਂ ਹਾਂ, ਮੈਂ ਸਰੀਰ ਦਾ ਮਾਲਕ ਹਾਂ, ਇਹ ਮੇਰਾ ਸਰੀਰ ਹੈ। ਹਉਮੈ ਧਾਰਨ ਕਰ ਲਈ ਤੇ ਹਉਮੈ ਦਾ ਪਰਦਾ ਵਿੱਚ ਤਾਣ ਲਿਆ। ਵਸਦੇ ਅਲਖ ਪਰਮਾਤਮਾ ਜੀ ਹਿਰਦੇ ਦੇ ਅੰਦਰ ਹੀ ਹੈ, ਪਰ ਹਉਮੈ ਦਾ ਪਰਦਾ ਵਿੱਚ ਤਣਿਆ ਹੋਣ ਦੇ ਕਰਕੇ ਪ੍ਰਮਾਤਮਾ ਜੀ ਦੀ ਇਸ ਨੂੰ ਸਮਝ ਨਹੀਂ ਆਉਂਦੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਨਾ ਕਰਦੇ ਨੇ ਨਾ, ਧਨ ਪੇਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਧਨ ਜੀਵ ਰੂਪ ਇਸਤਰੀ ਦਾ ਤੇ ਫਿਰ ਪਤੀ ਪ੍ਰਮਾਤਮਾ ਦਾ ਇੱਕ ਹੀ ਸਥਾਨ ਹਿਰਦੇ ਦੇ ਅੰਦਰ ਵਾਸਾ ਹੈ, ਪਰ ਹਉਮੈ ਦੀ ਐਸੀ ਵੱਡੀ ਭਾਰੀ ਮਜ਼ਬੂਤ ਕੰਧ ਵਿੱਚ ਬਣੀ ਹੋਈ ਹੈ ਕਿ ਕੰਧ ਦੇ ਵਿੱਚੋਂ ਆਰ ਪਾਰ ਹੁਣ ਦਿਸਦਾ ਹੀ ਨਹੀਂ। ਵਿੱਚੋਂ ਕੰਧ ਢੱਠੇ ਤੇ ਪਰਮਾਤਮਾ ਜੀ ਦਾ ਦੀਦਾਰ ਹੋਵੇ ਨਾ। ਤੇ ਪੰਜਾਬੀ ਦੀ ਇੱਕ ਕਹਾਵਤ ਹੈ, ਸਿਆਣੇ ਕਹਿੰਦੇ ਜੀ ਕੰਧ ਓਲੇ ਪ੍ਰਦੇਸ ਹੁੰਦਾ ਹੈ। ਇਹ ਜਿਹੜਾ ਜੀਵ ਹੈ ਤਾਂ ਹੀ ਮੇਰਿਆ ਜੀੜਿਆ ਪਰਦੇਸੀਆ। ਸਤਿਗੁਰੂ ਜੀ ਨੇ ਉਚਾਰਨ ਕੀਤਾ, ਹਉਮੈ ਦੀ ਕੰਧ ਦੇ ਦੂਜੇ ਪਾਸੇ ਪ੍ਰਦੇਸ ਵਿੱਚ ਬੈਠਾ ਹੈ। ਇਸੇ ਪ੍ਰਕਾਰ ਆਤਮਾ ਦੇ ਦੇਸ਼ ਵਿੱਚ ਨਾ ਵਸ ਕਰਕੇ ਅਨਾਤਮਾ ਦੇਸ਼ ਵਿੱਚ ਵਸਦਾ ਹੈ। ਪਰਮਾਤਮਾ ਜੀ ਦੇ ਚਰਨਾਂ ਵਿੱਚ ਸੁਰਤ ਨਾ ਜੋੜਦੇ ਕਰਕੇ ਜੋ ਪਰ ਪਰਾਇਆ ਦੇਸ਼ ਇਹ ਦੁਨੀਆ ਹੈ, ਇਸ ਦੇ ਵਿੱਚ ਚਿੱਤ ਲਾਇਆ ਤਾਂ ਵੀ ਇਸ ਨੂੰ ਪਰਦੇਸੀ ਆਖਿਆ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿੱਧਾ ਨੇ ਪੁੱਛਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਬਚਨ ਕਰਨਾ ਕਰਦੇ ਹੋ ਕਿ ਹਿਰਦੇ ਦੇ ਅੰਦਰ ਇਹ ਕੂੜ ਦੀ, ਝੂਠ ਦੀ, ਮਾਇਆ ਦੀ, ਅਗਿਆਨ ਦੀ ਅਥਵਾ ਹਉਮੈ ਦੀ ਕੰਧ ਬਣੀ ਹੋਈ ਹੈ। ਪਰਮਾਤਮਾ ਜੀ ਵਸਦੇ ਹਿਰਦੇ ਦੇ ਅੰਦਰ ਨੇ, ਪਰ ਅੰਦਰ ਜਿਹੜੀ ਕੰਧ ਬਣੀ ਹੋਈ ਹੈ ਪਰਮਾਤਮਾ ਜੀ ਨਾਲ ਮਿਲ ਨਹੀਂ ਦਿੰਦੀ। ਤੇ ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਜੀ, ਕਿਰਪਾ ਕਰਕੇ ਉਪਦੇਸ਼ ਬਖਸ਼ੋ, ਇਹ ਹਿਰਦੇ ਦੇ ਵਿੱਚੋਂ ਝੂਠ ਦੀ ਕੰਧ, ਹਉਮੈ ਦੀ ਕੰਧ ਟੱਟ ਕਿਵੇਂ ਜਾਵੇ, ਜਿਸ ਦੇ ਨਾਲ ਅਸੀਂ ਸਚਿਆਰ ਹੋ ਜਾਈਏ।
ਤੇ ਸਤਿਗੁਰੂ ਜੀ ਬਚਨ ਕਰਦੇ ਸਿੱਧਾਂ ਦੇ ਪ੍ਰਸ਼ਨ ਨੂੰ ਸ੍ਰੀ ਮੁਖ ਚੋਂ ਉਚਾਰਨ ਕਰਕੇ ਸਿੱਧ ਕਹਿੰਦੇ ਨੇ, ਕੇਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਮਹਾਰਾਜ ਸੱਚੇ ਕਿਵੇਂ ਹੋ ਜਾਈਏ, ਸਚਿਆਰ ਕਿਵੇਂ ਬਣ ਜਾਈਏ, ਹਿਰਦੇ ਦੇ ਵਿੱਚੋਂ ਹਉਮੈ ਦੀ ਕੰਧ ਕਿਵੇਂ ਟੁੱਟ ਜਾਵੇ, ਕਿਵੇਂ ਢੱਠ ਜਾਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਹਉਮੈ ਦੀ ਕੰਧ ਨੂੰ ਢਾਹ ਲੈਣ ਦਾ ਜੋ ਯਤਨ ਗੁਰੂ ਉਪਦੇਸ਼ ਦੁਆਰਾ ਪ੍ਰਗਟ ਕਰਨਾ ਕਰਦੇ ਨੇ, ਹੁਕਮ ਰਜਾਈ ਚੱਲਣਾ। ਸਾਰੇ ਜੀਵਾਂ ਦੇ ਉੱਪਰ ਹੁਕਮ ਕਰਨੇ ਵਾਲਾ ਜਿਹੜਾ ਰਜ਼ਾਈ ਪਰਮੇਸ਼ਰ ਹੈ ਨਾ, ਉਸ ਦੀ ਰਜਾ ਦੇ ਵਿੱਚ ਚੱਲਣ ਦੇ ਨਾਲ ਸਚਿਆਰ ਹੋਈਦਾ ਹੈ। ਤੇ ਜਦੋਂ ਭਾਣੇ ਨੂੰ ਮਿੱਠਾ ਕਰਕੇ ਮੰਨੀਏ, ਸੁਰਤ ਸ਼ਬਦ ਦਾ ਅਭਿਆਸ ਕਰੀਏ, ਵਾਹਿਗੁਰੂ ਜੀ ਦੀ ਬੰਦਗੀ ਕਰੀਏ, ਬੰਦਗੀ ਦੇ ਨਾਲ ਹਉਮੈ ਦੀ ਜਿਹੜੀ ਕੰਧ ਇਹ ਟੁੱਟਦੀ ਹੈ। ਤੇ ਮਹਾਰਾਜ ਫਿਰ ਭੁਗਤ ਕਿੱਥੋਂ ਆਵੇ, ਪਦਾਰਥ ਕਿੱਥੋਂ ਆਉਣ। ਜੇ ਬੰਦਗੀ ਕਰਨ ਵਿੱਚ ਹੀ ਲੱਗੇ ਰਹੀਏ ਤਾਂ ਸਰੀਰ ਨੇ ਪਲਣਾ ਕਿਵੇਂ ਹੈ, ਪਦਾਰਥ ਵੀ ਤੇ ਚਾਹੀਦੇ ਆ ਨਾ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਇਥੋਂ ਹੀ ਤੇ ਹਉਮੈ ਪੈਦਾ ਹੁੰਦੀ ਕਿ ਮੈਂ ਕਮਾਈ ਕਰਕੇ ਲਿਆਉਂਦਾ ਤੇ ਸਰੀਰ ਪੜਦਾ। ਇਹੀ ਤੇ ਹਉਮੈ ਦਾ ਪੜਦਾ ਨਾ। ਮੈਂ ਦੁਕਾਨ ਕਰਦਾ, ਮੈਂ ਨੌਕਰੀ ਕਰਦਾ ਤਾਂ ਪਰਿਵਾਰ ਦੀ ਰੋਜ਼ੀ ਰੋਟੀ ਚੱਲਦੀ ਹੈ। ਤੇ ਹੰਕਾਰ ਦੇ ਸਹਿਤ ਕਿਸੇ ਵੇਲੇ ਬਜ਼ੁਰਗ ਬਾਪੂ ਕਹਿ ਵੀ ਦਿੰਦਾ, ਪੁੱਤ ਮੇਰੇ ਸਿਰ ਤੇ ਮੌਜਾਂ ਲੈਂਦੇ ਹੋ, ਜਿਸ ਦਿਨ ਅੱਖਾਂ ਮੀਟ ਗਿਆ ਤਾਂ ਪਤਾ ਲੱਗੂ ਤੁਹਾਨੂੰ, ਭੁੱਖੇ ਮਰੋਗੇ ਮੇਰੇ ਪਿੱਛੋਂ। ਇਹ ਹਉਮੈ ਹੈ ਨਾ, ਇਹ ਹਉਮੈ ਦੀ ਭੀਤ ਕਰਾਰੀ ਏ, ਇਹ ਕੂੜ ਦੀ ਐਸੀ ਵਿੱਚ ਪਾਲ ਬਣੀ ਹੋਈ ਏ, ਜਿਸ ਦੇ ਮੋਹ ਦੇ ਪਰਦਾ ਪੈਣ ਦੇ ਕਾਰਨ, ਆਵਰਨ ਦਾ ਪਰਦਾ ਪੈਣ ਦੇ ਕਾਰਨ ਜੀਵ ਸਮਝਦਾ ਮੈਂ ਹੀ ਕਰ ਰਿਹਾ, ਮੈਂ ਕਮਾ ਰਿਹਾ, ਮੈਂ ਪਾਲ ਰਿਹਾ, ਮੈਂ ਪਦਾਰਥ ਲਿਆ ਰਿਹਾ। ਜਿੱਥੇ ਮੈਂ ਆ ਗਈ, ਮੈਂ ਹੀ ਹਉਮੈ ਦਾ ਮੂਲ ਹੈ, ਹੰਗਤਾ ਮਮਤਾ ਆ ਗਈ, ਬਸ ਇਹੀ ਹੋਈ ਤੇ ਕੰਧ ਹੈ। ਤੇ ਸਿੱਧੋ ਜਿਹੜਾ ਤੁਹਾਨੂੰ ਪ੍ਰਵਾਹ ਲੱਗੀ, ਫਿਕਰ ਲੱਗੀ ਹੋਈ, ਸਰੀਰ ਪਲਣਾ ਕਿਵੇਂ ਹੈ, ਪਹਾੜਾਂ ਤੋਂ ਉਤਰ ਕੇ ਫਿਰ ਦੁਨੀਆ ਦੇ ਵਿੱਚ ਜਾਵਾਂਗੇ, ਪਦਾਰਥ ਇਕੱਠੇ ਕਰਕੇ ਲਿਆਵਾਂਗੇ, ਫਿਰ ਖਾਵਾਂਗੇ ਤੇ ਸਰੀਰ ਪਲੇਗਾ। ਯਾਦ ਰੱਖੋ ਨਾਨਕ ਲਿਖਿਆ ਨਾਲ, ਜਿਸ ਪ੍ਰਮਾਤਮਾ ਜੀ ਨੇ ਸਰੀਰ ਦੇ ਕਰਕੇ ਪੈਦਾ ਕਰਨਾ ਕੀਤਾ ਨਾ, ਉਸ ਨੇ ਹੁਕਮ ਦੇ ਅਨੁਸਾਰ ਲੇਖ ਨਾਲ ਹੀ ਲਿਖ ਦੇਣਾ ਕੀਤੇ ਨੇ। ਪਰਾਲਬਧ ਮੱਥੇ ਤੇ ਲਿਖ ਹੀ ਦਿੱਤੀ ਹੈ, ਤੇ ਜਿਹੜੇ ਲੇਖ ਲਿਖ ਦਿੱਤੇ ਉਹ ਤੈਨੂੰ ਮਿਲ ਹੀ ਜਾਣਾ ਹੈ। ਤੇ ਜੋ ਤੇਰੇ ਭਾਗਾਂ ਵਿੱਚ ਲਿਖਿਆ ਨਹੀਂ, ਵਿਣ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਜੇ ਧਾਵ ਹੈ ਬ੍ਰਹਮੰਡ ਖੰਡ ਕਉ ਕਰਤਾ ਕਰੇ ਸੋ ਹੋਵੈ। ਖੰਡਾ ਬ੍ਰਹਮੰਡਾਂ ਦੇ ਵਿੱਚ ਭੱਜਾ ਫਿਰੇ, ਹੁੰਦਾ ਉਹੀ ਹੋਈ ਹੈ ਜੋ ਪ੍ਰਮਾਤਮਾ ਜੀ ਨੂੰ ਪਾਉਂਦਾ ਹੈ। ਖਿਮਾ ਕਰਨਾ। ਅੱਜ ਦੇ ਸਮੇਂ ਵਿੱਚ ਬਹੁਤ ਲੋਕ ਗਲਤ ਤਰੀਕੇ ਦੇ ਨਾਲ ਲੱਖਾਂ ਰੁਪਈਏ ਲਾ ਕੇ ਪਿਓ ਦੀ ਜ਼ਮੀਨ, ਘਰ, ਪ੍ਰਾਪਰਟੀ, ਗਹਿਣੇ ਪਾ ਕੇ ਵੇਚ ਕੇ ਵਿਦੇਸ਼ ਵਿੱਚ ਜਾਂਦੇ, ਜੀ ਮੈਂ ਕਮਾ ਕੇ ਲਿਆਵਾਂਗਾ। ਅੱਗੇ ਜਾ ਕਰਕੇ ਫੜੇ ਜਾਂਦੇ ਨੇ, ਫੜ ਕੇ ਡਿਪੋਰਟ ਕਰ ਦਿੰਦੇ ਨੇ, ਕਰਜ਼ੇ ਦੀ ਪੰਡ ਸਿਰ ਤੇ ਲੈ ਕਰਕੇ ਵਾਪਸ ਆ ਜਾਂਦੇ ਨੇ। ਜੇ ਪਰਮਾਤਮਾ ਜੀ ਨੂੰ ਭਾਉਂਦਾ ਤਾਂ ਪਦਾਰਥ ਪ੍ਰਾਪਤ ਹੋਣੇ ਨੇ, ਨਹੀਂ ਤੇ ਖੰਡ ਛੱਡ ਕੇ ਬ੍ਰਹਮੰਡਾਂ ਦੇ ਵਿੱਚ ਭੱਜਾ ਫਿਰ, ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਭੱਜਾ ਫਿਰ, ਕੁਛ ਪ੍ਰਾਪਤ ਨਹੀਂ ਹੋਣਾ। ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ, ਹੇ ਭਾਈ ਪ੍ਰਾਣਾ ਜੀ, ਜੀਵ ਦੇ ਹਿਰਦੇ ਦੇ ਅੰਦਰ ਹੀ ਪਰਮਾਤਮਾ ਦਾ ਵਾਸਾ ਹੈ, ਤੇ ਉੱਥੇ ਹੀ ਹਉਮੈ ਦੇ ਸਹਿਤ ਅਗਿਆਨਤਾ ਦਾ ਵਾਲਾ ਮਨ ਵਸਦਾ ਹੈ। ਮਾਇਆ ਦਾ ਆਵਰਣ ਦਾ ਪਰਦਾ ਐਸਾ ਮਨ ਦੇ ਉੱਪਰ ਪਿਆ ਹੋਇਆ ਹੈ, ਹਉਮੈ ਨੂੰ ਧਾਰਨ ਕਰਕੇ ਪ੍ਰਮਾਤਮਾ ਜੀ ਦੇ ਨੇੜੇ ਵਸਦਾ ਹੈ, ਪਰ ਪਰਮਾਤਮਾ ਜੀ ਦੇ ਸਰੂਪ ਨੂੰ ਨਹੀਂ ਜਾਣਦਾ। ਐਸੀ ਹਉਮੈ ਦੀ ਕਰਾਰੀ ਕੰਧ, ਹਉਮੈ ਦਾ ਵੱਡਾ ਭਾਰੀ ਮੋਟਾ ਪਰਦਾ ਤਣਿਆ ਹੋਇਆ ਹੈ। ਮਾਇਆ ਮੋਹ ਸਭੂ ਜਗ ਸੋਇਆ। ਮਾਇਆ ਦੇ ਮੋਹ ਦੇ ਵਿੱਚ ਲੱਗ ਕਰਕੇ, ਅਗਿਆਨਤਾ ਅਵਿਦਿਆ ਦੀ ਨੀਂਦ ਦੇ ਵਿੱਚ ਵਾਹਿਗੁਰੂ ਜੀ ਦੀ ਪ੍ਰਾਪਤੀ ਅਥਵਾ ਬੰਦਗੀ ਦੀ ਤਰਫੋਂ ਸਾਰਾ ਸੰਸਾਰ, ਸਾਰੇ ਸੰਸਾਰ ਦੇ ਜਿਹੜੇ ਜੀਵ ਨੇ ਉਹ ਸੁੱਤੇ ਹੋਏ ਨੇ। ਸਿਮਰਨ ਭਜਨ ਦੀ ਤਰਫੋਂ ਬਿਰਤੀ ਇਹਨਾਂ ਦੀ ਸੁਰਤ ਸੁੱਤੀ ਹੋਈ ਹੈ। ਇਹੋ ਭਰਮ ਕਹੋ ਕਿਉ ਜਾਈ। ਤੇ ਫਿਰ ਬੇਨਤੀ ਕਰਦੇ ਨੇ ਭਾਈ ਪ੍ਰਾਣਾ ਜੀ, ਸੱਚੇ ਪਾਤਸ਼ਾਹ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹਿਨ ਕੋਏ। ਜਦੋਂ ਪਤਾ ਹੀ ਹੈ ਇਸ ਗੱਲ ਦਾ ਕਿ ਸਾਰੇ ਸੁੱਖਾਂ ਦਾ ਕਰਤਾ, ਸਾਰੇ ਦੁੱਖਾਂ ਦਾ ਹਰਤਾ, ਜੀਵਾਂ ਦੇ ਕਰਤਾ, ਭਰਤਾ ਤੇ ਹਰਤਾ ਪ੍ਰਮਾਤਮਾ ਜੀ ਨੇ, ਫਿਰ ਵੀ ਹਿਰਦੇ ਦੇ ਵਿੱਚ ਪਰਦਾ ਪੈ ਗਿਆ ਮਾਇਆ ਅਗਿਆਨਤਾ ਦਾ ਕਿ ਮੈਂ ਕਰਦਾ ਹਾਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਉਪਦੇਸ਼ ਬਖਸ਼ਿਸ਼ ਕਰਨਾ ਕਰੋ। ਇਹ ਜਿਹੜਾ ਹਿਰਦੇ ਦੇ ਅੰਦਰ ਅਗਿਆਨਤਾ ਦਾ ਪਰਦਾ ਪੈ ਗਿਆ, ਇਹ ਮਿਟੇ ਕਿਵੇਂ? ਇਸੇ ਹੀ ਪ੍ਰਕਾਰ ਮਾਇਆ ਮੋਹ ਸਭੂ ਜਗ ਸੋਇਆ। ਜੋ ਅਗਿਆਨਤਾ ਵਸ ਹੋ ਕਰਕੇ ਮਾਇਆ ਮੋਹ, ਇਹ ਜਿਹੜੀ ਮਾਇਆ ਮੋਹ ਮੇਰੀ ਹੈ, ਇਹ ਮੈਂ ਇਕੱਤਰ ਕੀਤੀ ਹੈ, ਇਸ ਬਿਰਤੀ ਨੂੰ ਧਾਰਨ ਕਰਕੇ ਮਾਇਆ ਦੇ ਪ੍ਰੇਮ ਦੇ ਵਿੱਚ ਹੀ ਅਗਿਆਨਤਾ ਦੀ ਨੀਂਦ ਵਿੱਚ ਸੰਸਾਰ ਸੁੱਤਾ ਪਿਆ ਹੈ। ਇਹੋ ਭਰਮ ਕਹੋ ਕਿਉ ਜਾਈ। ਸੱਚੇ ਪਾਤਸ਼ਾਹ, ਇਹ ਮੇਰੀ ਮਾਇਆ ਹੈ, ਮੈਂ ਪਰਿਵਾਰ ਨੂੰ ਸੁੱਖ ਦਿੰਦਾ ਹਾਂ, ਮੈਂ ਉਪਜੀਵਕਾ ਕਮਾ ਕੇ ਲਿਆਉਂਦਾ ਹਾਂ,
अथवा मैं शरीर का मालिक हाँ, मेरी जात उची है, मेरे पास इतने गुण ने। ये जो मैं मेरी दा भरम पिया होया है। कल भी साध संगत जी प्रसंग आया सी कि परमात्मा जी के अगे बेनती है, ये सूक्ष्म शरीर भी तुहाडा है, सथूल शरीर भी तुहाडा है। जदों ये शरीर दात ही तुहाडी है ते तुसीं संभाल करो महाराज, असीं अग्यानी इसनूं सफला नहीं कर सकते। सो इसे प्रकार गरीब निवाज सच्चे पातशाह जी जदों ते है ही सब कुछ परमेश्वर दा है ते जीव नूं भरम पै गया जी ये मेरा है, ये घर भी मेरा है, ये पदार्थ भी मेरे ने, ये संबंधी भी मेरे ने। भरम पिया होया ना, अपना ते कुछ भी नहीं, ना कुछ नाल लैके आया ते ना कुछ नाल लै करके जाना है। जेड़ा शरीर लै करके पैदा होया वो शरीर भी नाल नहीं जावेगा, ते जेड़े सवास नाल लै करके धरती ते आया सी वो भी इत्थे समाप्त हो गए, वो भी नाल नहीं जाने। नाल ते जाना वाहिगुरू जी का नाम, परमात्मा जी की बंदगी, ते बंदगी नूं इसने करना नहीं कीता। गरीब निवाज सच्चे पातशाह जो माया अज्ञान का पड़दा पिया होया है, ये भरम का पड़दा मिट किवें जावे, किवें इसका भाव होवे जी। एका संगत एकत ग्रह बसते। सतगुरु सच्चे पातशाह जी बचन करना करते ने, सिखा भाई पिराना जी परमात्मा किते जीव तो दूर थोड़ा है। परमात्मा जी ते जीव का अशुद्ध जिहड़ा मन है, एका संगत, संगत एक थां ते ही करते ने, वसदे एक थां ते ही ने जी। किहदी संगत करते ने? शरीर दी। शरीर दे अंदर देही, देही दे शरीर दे अंदर वाहिगुरू हिरदा, हिरदे दे अंदर परमात्मा जी। इसे प्रकार इस देही दी ही संगत करता है जीव अशुद्ध मन। वसदे ते दोवें भावें इक्के ही थां ते हन। मिल बात न करते भाई। एकत गृह बसते। इसे प्रकार पंज ज्ञान इंद्रियां दे सहित अशुद्ध मन जिहड़ा इस शरीर दे अंदर ही वसदा है। संगत एक शरीर दी है, पर इसे प्रकार जेड़े ज्ञान इंद्रिय ने ते शरीर जीव का अशुद्ध मन है, मिल करके सत संगत नहीं करते, साध संगत नहीं करते हैं। इसे प्रकार आपस दे विच मिल करके ये ज्ञान इंद्रिय, कर्म इंद्रिय ते जीव का अशुद्ध मन मिल बात ना करते भाई। परमात्मा जी दे नाल मिलन दी ते कदे गलबात ही नहीं ना करते। जेड़े नेत्र ने, अखां ने, सतगुरु सच्चे पातशाह जी दे प्रतख दीदार दी बात नहीं करदियां कि मैनू प्रतख दीदार किवें प्राप्त होवे। जेड़े कन ने, हर वेले वाहिगुरू जी दे नाम नू श्रवण करने दी बात नहीं करते कि मेरे मोहन श्रवणी एह ना सुनाए, साकत गीत नाद तो नगावत, बोलत बोल अजाए। बुरे बोल, मैले बोल, अपवित्र बोल कन्ना दे विच श्रवणी सुनने सानू प्राप्त ना होण, ते महाराज जी हर वेले नाम सुनते रहिए। इस प्रकार जेड़े कन ने नाम श्रवण करने की बात नहीं करते। ते जेड़ी जीभा है ऐसे झूठियां गल्लां दे विच, हास रस दे विच, व्यर्थ दीयां गल्लां विच लगी है, नाम जपण की बात नहीं करती। भावें कि हजूर फरमावना करते ने, गाली अल पलालिया कम न आवह मित। हे मित्रा, ये डाड लडाउण दियां, पुचकारण वालियां, किसी नूं धोखा देण वालियां मिठियां मिठियां गल्लां जो करदा है तेरे किसे काम नहीं आउणियां। इसे प्रकार गाली अल पलालिया, बड़े पलाल, बड़े मुलम्मे, बड़े पाज, पड़दे पाउण वालियां जिहड़ियां गल्लां करदा ना झूठियां, ये बोलिया होया झूठ, झूठ दीयां गल्लां तेरे काम नहीं आउणियां। मित्रा नाम नूं जप। हुण पंज जिहड़े ज्ञान इंद्रिय ने, इन्हां दे नाल सतगुरु जी दे दीदार करने सी, नाम नूं जपना सी, नाम नूं श्रवण करना सी। अखां, कन, नक, इसे प्रकार चमड़ी ते जीभ, ये पंज ज्ञान इंद्रिय ने। अपनी चमड़ी हत्थां दे नाल सतगुरु जी दे चरनां नूं, प्रतख चरनां नूं स्पर्श करना नहीं लोचदा है। नासकां दे नाल सतगुरु जी दे चरण कमलां दे विचों भगती रूपी मकरंद रस नूं मानना नहीं लोचदा है। पंजे जेड़े ज्ञान इंद्रिय ने परमात्मा जी की बंदगी तो, श्रवण करने तो, सिमरन करने तो ते दीदार करने तो मुनकर हो गए। मैला अशुद्ध मन वो भी इन्हां इंद्रियां दे पिछे लग गया। जिधर नूं इंद्रिय जांदे ने, सरूप तक्कण वल, मिठे बोल बोलण वल, गीत टप्पे सुणन वल भजदा है। जां इदां कह लईए जेड़े पंज ज्ञान इंद्रिय ने ये मन दे पिछे लग गए। जे मन कहंदा किसी दा रूप तकना ते पिछे पिछे दौड़दा है, मन कहंदा ठेके स्नेपे जाना झट दौड़ उठदा है। इस प्रकार संगत तां एक शरीर दी ही करदे ने। जिस शरीर हिरदे अंदर परमात्मा जी वसदे ने, ये पंजे ज्ञान इंद्रिय ते अशुद्ध मन वसदा ते इसे शरीर दे अंदर है। पर ये ज्ञान इंद्रिय ते अशुद्ध मन परमात्मा जी दे मिलाप दे कदे गल ही नहीं करदा। कदे इस प्रकार मन ने उपदेश दिता ही नहीं, हे मेरे नेत्रो
ਸਤਿਗੁਰੂ ਜੀ ਨੇ ਦੀਦਾਰਿਆਂ ਵਾਸਤੇ ਪ੍ਰਗਟ ਕੀਤਾ। ਸਤਿਗੁਰੂ ਜੀ ਦੇ ਦੀਦਾਰ ਕਰੋ। ਇਹ ਸ਼ਰਵਣ ਹੋ ਮੇਰੇ ਹੋ ਸਾਚਾ ਸੁਣਨੇ ਨੂੰ ਪਠਾਏ। ਹੇ ਮੇਰਿਓ ਕੰਨੋ ਸ਼ਰਵਣ ਇੰਦਰਿਓ, ਵਾਹਿਗੁਰੂ ਜੀ ਨੇ ਨਾਮ ਸ਼ਰਵਣ ਕਰਨ ਵਾਸਤੇ ਭੇਜਿਆ, ਨਾਮ ਨੂੰ ਸ਼ਰਵਣ ਕਰੋ। ਇਸ ਪ੍ਰਕਾਰ ਦੀ ਵਿਚਾਰ ਕਰਦਾ ਹੀ ਨਹੀਂ। ਵਸਦੇ ਸੰਗਤ ਸਰੀਰ ਦੇ ਨਾਲ ਹੀ ਹੈ, ਪਰ ਵਾਹਿਗੁਰੂ ਜੀ ਦੇ ਨਾਲ ਮਿਲਣੇ ਦੀ ਗੱਲਬਾਤ ਨਹੀਂ ਕਰਦੇ ਹਨ। ਇਹ ਏਕ ਵਸਤ ਬਿਨ ਪੰਚ ਦੁਹੇਲੇ, ਤੇ ਇੱਕ ਨਾਮ ਰੂਪੀ ਵਸਤੂ ਤੋਂ ਬਿਨਾ, ਇੱਕ ਪ੍ਰਮਾਤਮਾ ਜੀ ਦੀ ਪ੍ਰਾਪਤੀ ਰੂਪੀ ਵਸਤੂ ਤੋਂ ਬਿਨਾ ਇਹ ਜਿਹੜੇ ਪੰਜ, ਇਹਨਾਂ ਦਾ ਪੰਜੇ ਬੜੇ ਦੁਖੀ ਹੁੰਦੇ ਨੇ। ਸੁਣ ਸੁਣ ਰੀਣੇ ਕੰਨ, ਇਸੇ ਪ੍ਰਕਾਰ ਅੱਖਾਂ ਦੇਖਣੇ ਤੋਂ ਰਹਿ ਜਾਂਦੀਆਂ, ਕੰਨ ਸੁਣਨੇ ਤੋਂ ਰਹਿ ਜਾਂਦੇ ਨੇ, ਜੀਭ ਜਿਹੜੀ ਹੈ ਇਹ ਬੋਲਣੇ ਤੋਂ ਵੀ ਰਹਿ ਜਾਂਦੀ ਏ। ਬੁਢਾਪਾ ਆ ਜਾਂਦਾ, ਦੰਦ ਟੁੱਟ ਜਾਂਦੇ ਨੇ, ਫਿਰ ਬੋਲਿਆ ਨਹੀਂ ਜਾਂਦਾ, ਬੋਲਦਾ ਕੁਛ ਹੋਰ ਹੈ, ਮੂੰਹ ਚੋਂ ਨਿਕਲਦਾ ਕੁਛ ਹੋਰ ਹੈ। ਇਸੇ ਪ੍ਰਕਾਰ ਜਿਹੜੇ ਕੰਨ ਵਿਕਾਰਾਂ ਵਿੱਚ ਲੱਗੇ ਰਹੇ, ਜਿਹਬਾ ਮੰਦ ਬੋਲਾਂ ਵਿੱਚ ਲੱਗੀ ਰਹੀ, ਨੇਤਰ ਪਰਾਇਆ ਰੂਪ ਧਨ ਵੇਖਣ ਦੇ ਵਿੱਚ ਗਲਤਾਨ ਰਹੇ, ਦਰਗਾਹ ਦੇ ਅੰਦਰ ਦੁਹੇਲੇ ਇਹਨਾਂ ਨੂੰ ਬੜਾ ਦੁੱਖ ਦਿੱਤਾ ਜਾਂਦਾ ਹੈ, ਬੜਾ ਦੁੱਖ ਪ੍ਰਾਪਤ ਕਰਦੇ ਹਨ। ਇਸੇ ਹੀ ਪ੍ਰਕਾਰ ਏਕ ਵਸਤ ਬਿਨ ਪੰਚ ਦੁਹੇਲੇ, ਇੱਕ ਵਸਤ, ਜਿੰਨਾ ਸਾਧੂ ਮਹਾਤਮਾ ਨੂੰ ਇੱਕ ਆਤਮਾ ਰੂਪੀ ਵਸਤੂ ਪ੍ਰਾਪਤ ਹੋ ਗਈ ਹੈ ਨਾ, ਇਹ ਜੀਵ ਉਹਨਾਂ ਮਹਾਤਮਾ ਦੀ ਸੰਗਤ ਨਹੀਂ ਕਰਦਾ। ਸੰਗਤ ਨਾ ਕਰਨੇ ਕਰਕੇ ਕੋ ਸੰਗਤ ਦੇ ਵਿੱਚ ਖੁਆਰ ਹੁੰਦਾ ਹੈ, ਤੇ ਫਿਰ ਦੁਹੇਲੇ ਬਹੁਤੇ ਦੁੱਖਾਂ ਨੂੰ ਪ੍ਰਾਪਤ ਕਰਦਾ ਹੈ ਜੀ। ਉਹ ਵਸਤ ਅਗੋਚਰ ਠਾਈ, ਉਹ ਜਿਹੜੀ ਵਸਤ ਹੈ ਅਗੋਚਰ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਮਹਾਰਾਜ ਵਸਦੀ ਕਿੱਥੇ ਹੈ? ਤੇ ਹਜ਼ੂਰ ਫਰਮਾਵਣਾ ਕਰਦੇ ਨੇ 28 ਹਿਰਦੇ ਰੂਪੀ ਸਥਾਨ ਦੇ ਵਿੱਚ ਹੀ ਉਸ ਦਾ ਨਿਵਾਸ ਹੈ। ਪਰਮਾਤਮਾ ਜੀ ਦਾ ਨਾਮ, ਪਰਮਾਤਮਾ ਜੀ ਦਾ ਪਿਆਰ, ਅਥਵਾ ਪਰਮਾਤਮਾ ਜੀ ਆਪ ਵਸਦੇ ਤੇ ਹਿਰਦੇ ਦੇ ਅੰਦਰ ਹੀ ਹੈ। ਪਰ ਜੀਵ ਅਸ਼ੁੱਧ ਮਨ ਵਾਲਾ ਹੋਣ ਦੇ ਕਾਰਨ, ਵਿਕਾਰੀ ਹੋਣ ਕਾਰਨ, ਜਿਹੜੇ ਪੰਜ ਸ੍ਰੇਸ਼ਟ ਮਹਾਤਮਾ ਨੇ ਉਹਨਾਂ ਦੀ ਸੰਗਤ ਤੋਂ ਹੀਣਾ ਹੋਣ ਦੇ ਕਾਰਨ ਪਰਮਾਤਮਾ ਜੀ ਦੀ ਪ੍ਰਾਪਤੀ ਵਾਲਾ ਨਹੀਂ ਬਣ ਆਉਂਦਾ ਹੈ। ਜਿਸ ਕਾ ਗ੍ਰਹਿ ਹੋ ਤਿਨ ਦੀਆ ਤਾਲਾ, ਤੇ ਫਿਰ ਭਾਈ ਪ੍ਰਾਣਾ ਜੀ ਪੁੱਛਣਾ ਕਰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਹਿਰਦੇ ਦੇ ਅੰਦਰ ਅਸ਼ੁੱਧ ਮਨ ਹੈ, ਹਿਰਦੇ ਦੇ ਅੰਦਰ ਪਰਮਾਤਮਾ ਜੀ ਨੇ, ਸਾਰੇ ਕਰਮ ਇੰਦਰੀਆਂ, ਗਿਆਨ ਇੰਦਰੀਆਂ ਨੂੰ ਚਲਾਉਣੇ ਦੀ ਜਿਹੜੀ ਗਿਆਤ ਹੈ ਉਹ ਵੀ ਹਿਰਦੇ ਦੇ ਅੰਦਰ ਮਨ ਦੇ ਕੋਲ ਹੀ ਹੈ। ਫਿਰ ਤੇ ਪ੍ਰਾਪਤ ਕਰ ਹੀ ਲੈਣਾ ਚਾਹੀਦਾ। ਇੱਕ ਪੜਦਾ ਹੀ ਹੈ ਨਾ ਹੋ ਮੈਦਾ। ਮਨ ਇਤਨਾ ਸ਼ਕਤੀਸ਼ਾਲੀ ਹੈ, ਪਰਮਾਤਮਾ ਜੀ ਇਤਨੇ ਤੇਜ ਪ੍ਰਤਾਪ ਵਾਲੇ ਨੇ, ਤੇ ਫਿਰ ਇਹ ਜਿਹੜਾ ਮਨ ਹੈ ਪਰਮਾਤਮਾ ਜੀ ਤੇਜ ਪ੍ਰਤਾਪ ਵਾਲਿਆਂ ਨੂੰ ਪ੍ਰਾਪਤ ਕਿਉਂ ਨਹੀਂ ਕਰ ਲੈਂਦਾ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਹੜੀ ਕੀਮਤੀ ਵਸਤੂ ਹੁੰਦੀ ਹੈ ਨਾ, ਹਮੇਸ਼ਾ ਸਾਂਭ ਕੇ ਰੱਖੀ ਜਾਂਦੀ ਹੈ। ਕੂੜਾ ਕਰਕਟ ਡਸਟਬੀਨ ਵਿੱਚ ਪਾ ਕੇ ਘਰੋਂ ਬਾਹਰ ਸੁੱਟ ਦਿੱਤਾ ਜਾਂਦਾ, ਪਰ ਕਦੇ ਕਿਸੇ ਨੇ ਸੋਨਾ ਵੀ ਬਾਹਰ ਸੁੱਟਿਆ? ਸੋਨੇ ਨੂੰ ਤੇ ਸਾਂਭ ਕਰਕੇ ਪਹਿਲਾਂ ਡੱਬੇ ਵਿੱਚ ਪਾ ਕਰਕੇ, ਫਿਰ ਅਲਮਾਰੀ 'ਚ ਰੱਖ ਕੇ, ਅੰਦਰਲਾ ਛੋਟਾ ਤਾਲਾ ਲਾ ਕੇ, ਬਾਹਰੋਂ ਵੱਡਾ ਤਾਲਾ ਲਾ ਕੇ, ਤੇ ਬਾਹਰੋਂ ਫਿਰ ਦਰਵਾਜ਼ੇ ਨੂੰ ਤਾਲਾ ਲਾਇਆ ਜਾਂਦਾ, ਕੋਈ ਚੁਰਾ ਕੇ ਨਾ ਲੈ ਜਾਵੇ। ਕੀਮਤੀ ਹੈ ਨਾ। ਤੇ ਕੁੱਲ ਦੁਨੀਆ, ਸੰਸਾਰ, ਕਰੋੜਾਂ ਬ੍ਰਹਮੰਡਾਂ ਦੇ ਅੰਦਰ ਸਭ ਤੋਂ ਕੀਮਤੀ ਕੀ ਹੈ? ਪਰਮਾਤਮਾ ਜੀ ਆਪ। ਪਰਮਾਤਮਾ ਤੋਂ ਕੀਮਤੀ ਤੇ ਕੋਈ ਨਹੀਂ ਨਾ। ਫਿਰ ਪਰਮਾਤਮਾ ਜੀ ਨੇ ਆਪਣੇ ਸਵਰੂਪ ਨੂੰ, ਆਪਣੇ ਜੋਤ ਨੂੰ ਜੀਵ ਦੇ ਹਿਰਦੇ ਦੇ ਅੰਦਰ ਰੱਖ ਦਿੱਤਾ ਹੈ। ਜਿਵੇਂ ਸੋਨੇ ਨੂੰ ਅਲਮਾਰੀ 'ਚ ਰੱਖੀਦਾ ਨਾ, ਤੇ ਬਾਹਰੋਂ ਤਾਲਾ ਲਾਇਆ ਜਾਂਦਾ। ਹਜ਼ੂਰ ਫਰਮਾਵਣਾ ਕਰਦੇ ਨੇ, ਇਹ ਜਿਹੜਾ ਮਨ ਹੈ ਇਹ ਕੋਠਾ ਹੈ, ਕਮਰਾ ਹੈ, ਜਿਹੜਾ ਤਨ ਸਰੀਰ ਹੈ ਇਸ ਦੀ ਛੱਤ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਇਸੇ ਪ੍ਰਕਾਰ ਅਗਿਆਨ ਰੂਪੀ ਜੰਦਰਾ ਹੈ, ਆਸਾ ਅੰਦੇਸਾ ਦੇ ਦੋਏ ਕਵਾੜ, ਦੋਵੇਂ ਇਸ ਕੋਠੇ ਦੇ, ਇਸ ਕਮਰੇ ਦੇ ਤਖਤੇ ਨੇ। ਆਸਾ ਅੰਦੇਸਾ ਦੋਏ ਪੱਟ ਜੜੇ, ਅਥਵਾ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਜੋਤ ਨੂੰ, ਕੀਮਤੀ ਵਸਤੂ ਨੂੰ ਜੀਵ ਦੇ ਹਿਰਦੇ ਦੇ ਅੰਦਰ ਰੱਖਿਆ। ਗੁਰ ਕੁੰਜੀ ਪਾਹੂ ਨਿਵਲ, ਅਗਿਆਨਤਾ ਦਾ ਅਥਵਾ ਭਰਮ ਦਾ ਇਸ ਦੇ ਉੱਪਰ ਤਾਲਾ ਲਗਾ ਦਿੱਤਾ। ਜਿਹੜੀ ਇਸ ਤਾਲੇ ਦੀ ਗਿਆਨ ਰੂਪੀ ਬ੍ਰਹਮ ਵਿਦਿਆ, ਬ੍ਰਹਮ ਗਿਆਨ ਰੂਪੀ ਕੁੰਜੀ ਹੈ ਨਾ, ਉਹ ਪੂਰੇ ਸਤਿਗੁਰੂ ਜੀ ਨੂੰ ਦੇ ਦਿੱਤੀ। ਤੇ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕਿਸੇ ਹੋਰ ਦੇ ਕੋਲ ਕੁੰਜੀ ਨਹੀਂ, ਇਸ ਕਰਕੇ ਕਿਸੇ ਹੋਰ ਦੇ ਪਾਸੋਂ ਤਾਲਾ ਨਹੀਂ ਖੁੱਲਦਾ ਹੈ। ਜਦੋਂ ਹੋਰ ਕਿਸੇ ਦੇ ਕੋਲੋਂ ਭਟਕਦਾ ਫਿਰਦਾ, ਦੰਬੀਆਂ ਕੋਲ, ਪਖੰਡੀਆਂ ਕੋਲ, ਜੰਗਲਾਂ ਵਿੱਚ ਜਲ ਧਾਰੇ ਕਰਦਾ ਭਟਕਦਾ, ਤੇ ਉੱਥੇ ਫਿਰਦਾ, ਕੁੰਜੀ ਸਤਿਗੁਰੂ ਜੀ ਦੇ ਕੋਲ ਹੈ। ਸਤਿਗੁਰੂ ਜੀ ਦੇ ਕੋਲੋਂ ਗਿਆਨ ਰੂਪੀ ਬ੍ਰਹਮ ਵਿਦਿਆ, ਬ੍ਰਹਮ ਗਿਆਨ ਰੂਪੀ ਕੁੰਜੀ ਪ੍ਰਾਪਤ ਨਹੀਂ ਕਰਦਾ। ਇਸ ਕਰਕੇ ਇਸ ਦੇ ਮਨ ਦਾ ਜਿਹੜਾ ਤਾਕ ਹੈ, ਮਨ ਦੇ ਜਿਹੜੇ ਤਖਤੇ ਨੇ, ਮਨ ਦੇ ਜਿਹੜੇ ਕਵਾੜ ਨੇ, ਉਹ ਨਹੀਂ ਖੁੱਲਦੇ ਹਨ।
ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਵੀ ਫਰਮਾਨ ਕਰਨਾ ਕਰਦੇ ਹਨ ਜੀ। ਜਿਸਕਾ ਗ੍ਰਹਿਉ ਤਿਨ ਦੀਆ ਤਾਲਾ। ਜਿਸ ਪਰਮਾਤਮਾ ਜੀ ਨੇ ਆਪਣਾ ਗ੍ਰਹਿਓ ਆਪਣਾ ਘਰ ਇਹ ਸਰੀਰ ਸਾਜਿਆ ਹੈ ਨਾ, ਹਰ ਮੰਦਰ ਇਹੋ ਸਰੀਰ ਹੈ। ਪਰਮਾਤਮਾ ਜੀ ਨੇ ਆਪਣੇ ਨਿਵਾਸ ਦਾ ਅਸਥਾਨ ਇਸ ਸਰੀਰ ਨੂੰ ਬਣਾਵਣਾ ਕੀਤਾ ਹੈ। ਜਿੱਥੇ ਹਰੀ ਜੀ ਵਸਦੇ ਨੇ ਉਹ ਹਰੀ ਦਾ ਮੰਦਰ ਹੈ। ਤਾਂ ਜਦੋਂ ਹਿਰਦੇ ਘਰ ਦੇ ਅੰਦਰ ਹਰੀ ਜੀ ਵਸਦੇ ਨੇ, ਫਿਰ ਸਰੀਰ ਜਿਹੜਾ ਹੈ ਇਹ ਪਰਮਾਤਮਾ ਜੀ ਦਾ ਮੰਦਰ ਹੈ। ਤੇ ਜਿਹੜਾ ਮਨਮੁਖ ਹੈ, ਮਨਮੁਖ ਮੂਲ ਨਾ ਜਾਣਨੀ, ਮਾਨਸ ਹਰ ਮੰਦਰ ਨਾ ਹੋਏ। ਮਨਮੁਖ ਬੰਦਾ ਨਹੀਂ ਸਮਝਦਾ, ਕਹਿੰਦਾ ਇਹ ਜਿਹੜਾ ਸਰੀਰ ਹਰੀ ਦਾ ਟਿਕਾਣਾ ਕਿਵੇਂ ਹੋ ਸਕਦਾ ਹੈ। ਖਿਮਾ ਕਰਨਾ ਜਿਹੜਾ ਇਸ ਗੱਲ ਨੂੰ ਸਮਝ ਲਵੇ ਕਿ ਸਰੀਰ ਹਰੀ ਦਾ ਮੰਦਰ ਹੈ, ਇਸ ਦੇ ਅੰਦਰ ਹਰੀ ਜੀ ਵਸਦੇ ਨੇ, ਫਿਰ ਇਸ ਸਰੀਰ ਦੇ ਵਿੱਚ ਸ਼ਰਾਬ ਥੋੜਾ ਪਾਵੇਗਾ, ਫਿਰ ਇਸ ਸਰੀਰ ਦੇ ਵਿੱਚ ਤੰਬਾਕੂ ਥੋੜਾ ਪਾਵੇਗਾ। ਧਾਰਮਿਕ ਸਥਾਨ ਤੇ ਗੁਰੂ ਘਰ ਦੇ ਵਿੱਚ ਕਿਤੇ ਵੀ ਜਾਇਆ ਜਾਵੇ ਤੇ ਲਿਖ ਕੇ ਲਗਾਇਆ ਹੁੰਦਾ ਨਸ਼ਾ ਕਰਕੇ ਆਉਣਾ ਸਖਤ ਮਨਾ ਹੈ ਜਾਂ ਨਾਲ ਲਿਜਾਣਾ ਸਖਤ ਮਨਾ ਹੈ, ਕਿਉਂਕਿ ਇੱਥੇ ਸਤਿਗੁਰੂ ਜੀ ਵਸਦੇ ਨੇ, ਪ੍ਰਮਾਤਮਾ ਜੀ ਵਸਦੇ ਨੇ। ਤੇ ਜੇ ਪਰਮਾਤਮਾ ਜੀ ਦੇ ਘਰ ਦੇ ਵਿੱਚ ਪ੍ਰਤੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਮੱਸੇ ਰੰਗੜ ਨੇ ਅੰਦਰ ਬੈਠ ਕਰਕੇ ਵੱਧ ਫੈਲੀਆਂ ਕੀਤੀਆਂ, ਸ਼ਰਾਬਾਂ ਪੀਤੀਆਂ, ਦੁਸ਼ਕਰਮ ਕੀਤੇ, ਕੰਜਰੀ ਨੂੰ ਨਚਾਇਆ, ਤੇ ਫਿਰ ਭਾਈ ਸੁੱਖਾ ਸਿੰਘ ਜੀ, ਮਹਿਤਾਬ ਸਿੰਘ ਜੀ ਗਏ ਨਾ ਗੁਰੂ ਕੇ ਲਾਲ, ਜਾ ਕਰਕੇ ਸਿਰ ਵੱਢਿਆ। ਇਸੇ ਪ੍ਰਕਾਰ ਜਿਹੜੇ ਹੰਕਾਰ ਕਰਦੇ ਨੇ ਸਾਡਾ ਕੀ ਹੋਣ ਲੱਗਾ, ਇੰਨੇ ਚਿਰ ਤੋਂ ਪੀਂਦੇ ਆ, ਕੋਈ ਸਾਡਾ ਕੀ ਵਿਗਾੜ ਲਊ, ਆਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਤੇ ਫਿਰ ਧਰਮ ਰਾਜੇ ਦਾ ਜਮਦੂਤ ਆਉਂਦਾ ਨਾ, ਸੰਗਲਾਂ ਦੇ ਨਾਲ ਬੰਨ ਕੇ ਲੈ ਜਾਂਦਾ ਹੈ। ਜਿਵੇਂ ਸਿਰ ਵੱਢਿਆ ਸੀ ਮੱਸੇ ਰੰਗੜ ਦਾ, ਭਾਈ ਮਹਿਤਾਬ ਸਿੰਘ ਸਾਹਿਬ ਜੀ ਨੇ ਜਿਹੜਾ ਜਮਦੂਤ ਹੈ ਹੰਕਾਰ ਰੂਪੀ ਸਿਰ ਨੂੰ ਆ ਕੇ ਵੱਢਦਾ, ਚੱਲ ਤੇਰੇ ਹੰਕਾਰ ਦਾ ਪਹਿਲਾਂ ਸਿਰ ਨੀਵਾ ਕਰਾਂ। ਜਾ ਕਰਕੇ ਲਿਜਾ ਕਰਕੇ ਪਾ ਕਰਕੇ ਨਰਕਾਂ ਦੇ ਵਿੱਚ ਵੱਡੀਆਂ ਭਾਰੀਆਂ ਸਜ਼ਾਵਾਂ ਦਿੰਦਾ, ਜਿਵੇਂ ਮੱਸੇ ਰੰਗੜ ਨੂੰ ਸਜ਼ਾ ਦੇਣਾ ਕੀਤੀ ਸੀ। ਮਨਮੁਖ ਬੰਦਾ ਨਹੀਂ ਜਾਣਦਾ ਕਿ ਸਰੀਰ ਹਰ ਮੰਦਰ ਹੈ, ਇਸ ਦੇ ਅੰਦਰ ਪਰਮਾਤਮਾ ਜੀ ਦਾ ਵਾਸਾ ਹੈ। ਸਤ ਮਹਾਂਪੁਰਖ ਮਹਾਤਮਾ ਕਿਸੇ ਦਾ ਝੂਠਾ ਜਿੱਥੇ ਛਕਣਾ ਬਿਮਾਰੀ, ਕਿਸੇ ਦਾ ਝੂਠਾ ਖਾਣ ਤੋਂ ਬਿਮਾਰੀਆਂ ਲੱਗਦੀਆਂ ਨੇ, ਤੇ ਨਾ ਝੂਠਾ ਖਾਣ ਦੇ ਨਾਲ ਬਿਮਾਰੀਆਂ ਤੋਂ ਬਚੀਦਾ ਹੈ। ਅੰਤਰੀਵ ਭਾਵ ਇਹ ਵੀ ਹੈ, ਅੰਦਰ ਵਾਹਿਗੁਰੂ ਜੀ ਦੀ ਜੋਤ ਹੈ, ਵਾਹਿਗੁਰੂ ਜੀ ਦਾ ਸਰੂਪ ਹੈ। ਵਾਹਿਗੁਰੂ ਜੀ ਦੀ ਜੋਤ ਨੂੰ ਝੂਠੇ ਪਦਾਰਥਾਂ ਦਾ ਭੋਗ ਨਹੀਂ ਲਵਾਣਾ ਹੈ। ਤਾਂ ਵੀ ਸੁਚਮਤਾ ਦੇ ਨਾਲ, ਪਵਿੱਤਰਤਾ ਦੇ ਨਾਲ, ਵਿਵੇਕ ਦੇ ਨਾਲ ਬਣਾ ਕਰਕੇ ਛਕੇ ਛਕਾਏ ਜਾਂਦੇ ਨੇ ਪਦਾਰਥ ਤੇ ਭੋਜਨ ਇਤਿਆਦਿਕ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਹੇ ਮੇਰੇ ਪਿਆਰੇ ਗੁਰਸਿੱਖ ਭਾਈ ਪ੍ਰਾਣਾ ਜੀ, ਜਿਸ ਪਰਮਾਤਮਾ ਜੀ ਨੇ ਆਪਣਾ ਨਿਵਾਸ ਅਸਥਾਨ, ਇਹ ਸਰੀਰ, ਆਪਣਾ ਕੋਠਾ, ਆਪਣਾ ਕਮਰਾ ਬਣਾਇਆ ਨਾ, ਆਸਾ ਅੰਦੇਸਾ ਦੇ ਦੋ ਤਖਤੇ ਲਾ ਕਰਕੇ ਭਰਮ ਰੂਪੀ ਤਾਲਾ ਲਾਇਆ ਹੋਇਆ, ਅਗਿਆਨਤਾ ਦੇ ਤਾਲੇ ਦੀ ਗਿਆਨ ਰੂਪੀ ਜਿਹੜੀ ਕੁੰਜੀ ਹੈ ਉਹ ਪੂਰੇ ਸਤਿਗੁਰੂ ਜੀ ਨੂੰ, ਸਤਿਗੁਰੂ ਅਕਾਲ ਪੁਰਖ ਜੀ ਨੇ ਅਰਪਣ ਕੀਤੀ ਹੋਈ ਹੈ, ਸਤਿਗੁਰਾਂ ਦੇ ਹੱਥ ਵਿੱਚ ਦਿੱਤੀ ਹੋਈ ਹੈ। ਕੁੰਜੀ ਗੁਰ ਸੌਂਪਾਈ। ਸੋ ਜਿਸ ਕਾ ਗ੍ਰਹਿ, ਜਿਸ ਦਾ ਇਹ ਸਰੀਰ ਰੂਪੀ ਘਰ ਪਰਮਾਤਮਾ ਜੀ ਨੇ ਆਪਣਾ ਨਿਵਾਸ ਸਥਾਨ ਬਣਾਇਆ ਹੈ, ਆਪ ਹੀ ਤਾਲਾ ਲਾ ਕਰਕੇ ਪੂਰੇ ਸਤਿਗੁਰੂ ਜੀ ਨੂੰ ਜੋ ਕੁੰਜੀ ਹੈ ਸੌਂਪਾਈ, ਸੌਂਪ ਦਿੱਤੀ ਹੈ। ਤੇ ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਹੀ ਜੀਵ ਦੇ ਸਰੀਰ ਦੇ ਆਸਾ ਅੰਦੇਸਾ ਦੇ ਤਖਤਿਆਂ ਦੇ ਉੱਪਰ ਲੱਗੇ ਹੋਏ ਅਗਿਆਨਤਾ ਭਰਮ ਦੇ ਤਾਲੇ ਨੂੰ ਗਿਆਨ ਰੂਪੀ ਕੁੰਜੀ ਦੇ ਨਾਲ ਖੋਲਦੇ ਹਨ ਜੀ। ਅਨੇਕ ਉਪਾਵ ਕਰੇ ਨਹੀਂ ਪਾਵੈ। ਤੇ ਜੇ ਕੋਈ ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈਣ ਤੋਂ ਬਿਨਾ, ਸਤਿਗੁਰੂ ਜੀ ਦੀ ਆਗਿਆ ਮੰਨਣੇ ਤੋਂ ਬਿਨਾ, ਸੁਰਤ ਸ਼ਬਦ ਦਾ ਅਭਿਆਸ ਕੀਤੇ ਤੋਂ ਬਿਨਾ, ਸਤਿਗੁਰੂ ਜੀ ਦਾ ਉਪਦੇਸ਼ ਹੈ ਨਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਲਗੀਧਰ ਸਾਹਿਬ ਜੀ ਦਾ ਉਪਦੇਸ਼ ਹੈ ਨਾ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇਹ। ਸਤਿਗੁਰੂ ਜੀ ਦੇ ਹੁਕਮ ਦੀ ਅਦੂਲੀ ਕਰਕੇ, ਆਗਿਆ ਨੂੰ ਭੰਗ ਕਰਕੇ, ਮਨ ਦੀ ਮਰਜ਼ੀ ਦੇ ਨਾਲ ਹੋਰ ਯਤਨ ਕਰਦਾ ਫਿਰੇ, ਜਲ ਧਾਰੇ ਕਰਦਾ ਫਿਰੇ, ਧੋਤੀ ਨੇਤੀ ਨਿਉਲੀ ਕਰਮ ਕਰਦਾ ਫਿਰੇ, ਤਪ ਸਾਧਨਾ ਨੂੰ ਸਾਧਦਾ ਫਿਰੇ, ਜੰਗਲਾਂ 'ਚ ਜਾ ਕੇ ਪੁੱਠਾ ਲਟਕਦਾ ਫਿਰੇ, ਬਰਫ਼ ਦੇ ਪਹਾੜਾਂ ਤੇ ਬਹਿੰਦਾ ਫਿਰੇ, ਜਾ ਕਰਕੇ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਲੁਪ ਕਰਕੇ ਸ਼ੁਭ ਕਰਕੇ ਬਹਿੰਦਾ ਫਿਰੇ, ਚਾਹੇ ਹੋਰ ਕਿਤਨੇ ਵੀ ਯਤਨਾਂ ਨੂੰ ਕਰ ਲੈਣਾ ਕਰੇ। ਬਿਨ ਸਤਿਗੁਰ ਸਰਣਾਈ। ਤੇ ਬਿਨਾਂ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕੀਤੇ ਤੋਂ ਇਹ ਜਿਹੜਾ ਮਨ ਦਾ ਅਗਿਆਨ ਰੂਪੀ ਤਾਲਾ ਹੈ ਨਾ, ਇਹ ਕਦਾਚਿਤ ਵੀ ਨਹੀਂ ਖੁੱਲਦਾ, ਚਾਹੇ ਕੋਈ ਕਿਤਨੇ ਸਾਧਨਾ ਨੂੰ ਸਾਧ ਲੈਣਾ ਕਰੇ। ਜਿਨ ਕੇ ਬੰਧਨ ਕਾਟੇ ਸਤਿਗੁਰ। ਹੇ ਸੱਚੇ ਪਾਤਸ਼ਾਹ ਜੀ, ਫਿਰ ਆਪ ਜੀ ਕਿਰਪਾਲਤਾ ਕਰਕੇ ਦੱਸੋ ਜੀ, ਜੀਵ ਦੇ ਇਹ ਬੰਧਨ ਕੱਟੇ ਕਿਵੇਂ ਜਾਣ? ਇਹ ਹੰਗਤਾ ਮਮਤਾ ਦੇ ਬੰਧਨ, ਇਹ ਆਸਾ ਅੰਦੇਸਾ ਦੇ ਕਿਵਾੜ ਕਿਵੇਂ ਖੁੱਲਣ ਜੀ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਪ੍ਰਾਣਾ ਜੀ,
ਜਿਨ੍ਹਾਂ ਦੇ ਬੰਧਨ ਹੰਗਤਾ ਮਮਤਾ ਦੇ, ਵਿਕਾਰਾਂ ਦੇ, ਅਗਿਆਨਤਾ ਦੇ ਪੂਰੇ ਸਤਿਗੁਰੂ ਜੀ ਆਪ ਕਿਰਪਾਲਤਾ ਕਰਕੇ ਕੱਟ ਦਿੰਦੇ ਹਨ। ਸਾਧ ਸੰਗਤ ਲਿਵ ਲਾਈ। ਸਤਿਗੁਰੂ ਜੀ ਕਿਰਪਾਲਤਾ ਕਰਕੇ ਉਹਨਾਂ ਨੂੰ ਸਾਧ ਸੰਗਤ ਦੇ ਨਾਲ ਮੇਲ ਦਿੰਦੇ ਨੇ, ਤੇ ਸਾਧ ਸੰਗਤ ਦੇ ਨਾਲ ਮੇਲ ਕਰਕੇ ਤਿੰਨਾਂ ਦੀ ਲਿਵ ਨੂੰ ਪਰਮਾਤਮਾ ਜੀ ਦੇ ਨਾਮ ਦੇ ਨਾਲ ਲਾਉਂਦੇ ਨੇ। ਤੇ ਜਦੋਂ ਜੀਵ ਲਿਵ ਵਾਲਾ ਹੋ ਕਰਕੇ, ਸੁਰਤ ਵਾਲਾ ਹੋ ਕਰਕੇ, ਅਭਿਆਸ ਵਾਲਾ ਹੋ ਕਰਕੇ ਸਿਮਰਨ ਕਰਦਾ ਨਾ, ਸਤਿਗੁਰੂ ਜੀ ਦੇ ਗੁਰ ਸ਼ਬਦ ਦੇ ਅਭਿਆਸ ਦਾ ਜੋ ਸਿਮਰਨ ਹੈ, ਇਹ ਸਾਰੇ ਬੰਧਨਾਂ ਨੂੰ ਕੱਟਦਾ ਹੈ, ਹੋਰ ਕੋਈ ਯਤਨ ਨਹੀਂ ਕੱਟਦਾ ਹੈ। ਤੇ ਲਿਵ ਲਾਉਣ ਦਾ ਸਭ ਤੋਂ ਸਰਲ ਸੌਖਾ ਤਰੀਕਾ ਸੌਖਾ ਹੈ ਸਾਧ ਸੰਗਤ। ਸਾਧ ਸੰਗਤ ਦੇ ਵਿੱਚ ਜਿਹੜੀ ਲਿਵ ਹੈ, ਜਿਹੜੀ ਸੁਰਤ ਹੈ, ਇਹ ਛੇਤੀ ਇਕਾਗਰ ਹੁੰਦੀ ਹੈ। ਕੋਈ ਵੱਡੀ ਭਾਰੀ ਗੱਡੀ ਹੋਵੇ ਤੇ ਇੱਕ ਬੰਦੇ ਨੇ ਧੱਕਾ ਮਾਰ ਕੇ ਸਟਾਰਟ ਕਰਨੀ ਹੋਵੇ ਤੇ ਔਖਾ ਕੰਮ ਹੈ ਨਾ, ਪਰ ਜੇ 10 20 50 ਬੰਦੇ ਹੋਣ ਤੇ ਇੱਕ ਇੱਕ ਹੱਥ ਦੇ ਨਾਲ ਵੀ ਧੱਕਾ ਮਾਰ ਤੇ ਗੱਡੀ ਭੱਜ ਪੈਂਦੀ, ਝੱਟ ਸਟਾਰਟ ਹੋ ਜਾਂਦੀ ਹੈ। ਇਵੇਂ ਜਿਹੜੀ ਸਾਡੀ ਸੁਰਤ ਹੈ, ਪੰਕ ਜੋ ਮੋਹ ਪੱਗ ਨਹੀਂ ਚੱਲੈ, ਮੋਹ ਰੂਪੀ ਚਿੱਕੜ ਦੇ ਵਿੱਚ ਐਸੇ ਫਸੇ ਹੋਏ ਐ, ਆਪਣੇ ਯਤਨ ਦੇ ਨਾਲ ਨਹੀਂ ਨਿਕਲਿਆ ਜਾਂਦਾ। ਤੇ ਬਹੁਤਿਆਂ ਦੇ ਧੱਕਾ ਮਾਰਨ ਵਾਂਗੂ ਜਦੋਂ ਸਾਰੀ ਸੰਗਤ ਮਿਲ ਕਰਕੇ ਜਪਣਾ ਕਰਦੀ ਏ ਸਤਨਾਮ ਸ੍ਰੀ ਵਾਹਿਗੁਰੂ। ਉਦਾਹਰਣ ਦੇ ਤੌਰ ਤੇ ਜੇ 100 ਬੰਦਾ ਸੰਗਤ ਵਿੱਚ ਬੈਠਾ, 100 ਨੇ ਵਾਹਿਗੁਰੂ ਬੋਲਿਆ ਤੇ 100 ਵਾਰ ਵਾਹਿਗੁਰੂ ਸੁਣਿਆ ਗਿਆ। ਇੱਕ ਵਾਰ ਉਚਾਰਿਆ ਤੇ ਸੈਂਕੜੇ ਵਾਰ ਉਚਾਰਿਆ ਗਿਆ, ਇੱਕ ਵਾਰ ਸੁਣਿਆ ਸੈਂਕੜੇ ਵਾਰ ਸੁਣਿਆ ਗਿਆ। ਬਹੁਤਿਆਂ ਦਾ ਧੱਕਾ ਮਾਰਦੀ ਨਹੀਂ ਆਈ, ਸੁਰਤ ਜਿਹੜੀ ਹੈ ਮੋਹ ਦੇ ਚਿੱਕੜ ਚੋਂ ਦਲਦਲ ਤੋਂ ਛੇਤੀ ਨਿਕਲ ਪੈਂਦੀ ਹੈ। ਹਜ਼ੂਰ ਫਰਮਾਵਣਾ ਕਰਦੇ ਆ, ਇਹ ਪੂਰੇ ਸਤਿਗੁਰੂ ਜੀ ਦੀ ਜੁਗਤ ਹੈ। ਜਿਹੜਾ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਸਤਿਗੁਰੂ ਜੀ ਸਤ ਸੰਗਤ ਦੇ ਨਾਲ ਅਥਵਾ ਸਾਧ ਸੰਗਤ ਦੇ ਨਾਲ ਮੇਲ ਦਿੰਦੇ ਨੇ, ਤੇ ਸਤ ਸੰਗਤ ਦੇ ਨਾਲ ਮਿਲ ਕਰਕੇ ਜਿਹੜਾ ਜਗਿਆਸੂ ਆ ਇਹ ਲਿਵ ਵਾਲਾ ਹੋ ਜਾਂਦਾ ਹੈ। ਤੇ ਜਦੋਂ ਲਿਵ ਵਾਲਾ ਹੋ ਜਾਂਦਾ ਹੈ, ਫਿਰ ਹਉਮੈ ਦੇ ਛੋੜ ਕੱਟੇ ਜਾਂਦੇ ਨੇ। ਇਹ ਹਉਮੈ ਦੀ ਕਰਾਰੀ ਕੰਧ ਕੱਟੀ ਜਾਂਦੀ ਏ। ਹਉਮੈ ਦਾ ਪਰਦਾ, ਆਵਰਨ ਅਗਿਆਨ ਦਾ ਪਰਦਾ ਹਿਰਦੇ ਚੋਂ ਫਿਰ ਹਟ ਜਾਂਦਾ ਹੈ। ਪੰਜ ਜਨਾ ਮਿਲ ਮੰਗਲ ਗਾਇਆ। ਤੇ ਫਿਰ ਜਿਹੜੇ 5 ਗਿਆਨ ਇੰਦਰੀ ਨੇ ਨਾ, ਇਹ ਮਿਲ ਕਰਕੇ ਵਾਹਿਗੁਰੂ ਜੀ ਦੇ ਮੰਗਲਾਂ ਨੂੰ ਗਾਉਂਦੇ ਨੇ। ਅੱਖਾਂ ਦੀਦਾਰ ਕਰਕੇ ਤ੍ਰਿਪਤ ਹੁੰਦੀਆਂ ਨੇ, ਕੰਨ ਵਾਹਿਗੁਰੂ ਜੀ ਦਾ ਸਰਵਣ ਜਸ ਸਰਵਣ ਕਰਕੇ ਤ੍ਰਿਪਤ ਹੁੰਦੇ ਨੇ, ਰਸਨਾ ਨਾਮ ਜਪ ਜਪ ਕਰਕੇ ਤ੍ਰਿਪਤ ਹੁੰਦੀ ਏ, ਨਾਸਕਾ ਵਾਹਿਗੁਰੂ ਜੀ ਦੇ ਚਰਨ ਕਮਲਾਂ ਦੇ ਵਿੱਚੋਂ ਮਕਰੰਦ ਰਸ ਨੂੰ ਪ੍ਰਾਪਤ ਕਰਕੇ ਭਗਤੀ ਰੂਪੀ ਖੁਸ਼ਬੂ ਲੈ ਕਰਕੇ ਪ੍ਰਸੰਨ ਹੁੰਦੀ ਏ। 5 ਗਿਆਨ ਇੰਦਰੀ ਜਿਹੜੇ ਮਿਲ ਬਾਤ ਨਾ ਕਰਤੇ ਭਾਈ, ਮਿਲਣ ਦੀ ਗੱਲ ਨਹੀਂ ਸੀ ਨਾ ਕਰਦੇ, ਹਉਮੈ ਅਗਿਆਨ ਦੇ ਸਹਿਤ ਹੋਏ। ਸਤ ਸੰਗਤ ਦੇ ਵਿੱਚ ਆ ਕਰਕੇ ਐਸਾ ਪ੍ਰੇਮ ਲਗਾ, ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਨਾ ਕਰਦੇ ਨੇ। ਇਸੇ ਹੀ ਪ੍ਰਕਾਰ ਪੰਜ ਜਨਾ ਮਿਲ ਮੰਗਲ ਗਾਇਆ। ਪੰਜ ਤੋਂ ਭਾਵ ਹੈ ਸ੍ਰੇਸ਼ਟ ਜਨ, ਪੰਚ ਪਰਵਾਨ, ਪੰਚ ਪ੍ਰਧਾਨ, ਭਾਵ ਸ੍ਰੇਸ਼ਟ ਜਨ ਹੀ ਗੁਰੂ ਪ੍ਰਮਾਤਮਾ ਜੀ ਦੇ ਦਰ ਤੇ ਪ੍ਰਵਾਨ ਨੇ, ਤੇ ਸ੍ਰੇਸ਼ਟ ਜਨ ਬੰਦਗੀ ਵਾਲੇ ਹੀ ਗੁਰੂ ਘਰ ਦੇ ਵਿੱਚ ਪ੍ਰਧਾਨਗੀ ਦਾ ਸਨਮਾਨ ਪਾਉਂਦੇ ਨੇ। ਤੇ ਹਜ਼ੂਰ ਫਰਮਾਨ ਕਰਦੇ ਨੇ, ਜਦੋਂ ਸਤ ਸੰਗਤ ਦੇ ਵਿੱਚ ਸਾਧ ਸੰਗਤ ਵਿੱਚ ਆ ਕਰਕੇ ਪੰਚ ਜਨ ਆਸਿਓ, ਜਿਹੜੇ ਸ੍ਰੇਸ਼ਟ ਜਨ ਨੇ, ਗੁਰਮੁਖ ਜਨ ਨੇ, ਸਤਸੰਗੀ ਜਨ ਨੇ, ਉਹਨਾਂ ਦੇ ਨਾਲ ਮਿਲ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ, ਮੰਗਲ ਰੂਪੀ, ਖੁਸ਼ੀਆਂ ਰੂਪੀ, ਆਨੰਦਦਾਇਕ ਨਾਮ ਨੂੰ ਜਿਸ ਵੇਲੇ ਜਸ ਨੂੰ ਗਾਇਨ ਕਰਨਾ ਕੀਤਾ, ਹਰ ਨਾਨਕ ਭੇਦ ਨਾ ਭਾਈ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਕਰ ਦਿੱਤਾ। ਫਿਰ ਜਿਹੜੇ ਸਤਸੰਗੀ ਨੇ, ਸਤ ਸੰਗਤ ਦੇ ਨਾਲ ਮਿਲ ਕਰਕੇ ਜਪ ਕਰਕੇ ਵਾਹਿਗੁਰੂ ਜੀ ਦੀ ਇਹ ਭੇਦਤਾ ਪ੍ਰਾਪਤ ਕਰਦੇ ਨੇ। ਵਾਹਿਗੁਰੂ ਜੀ ਦੇ ਵਿੱਚ ਤੇ ਤਿੰਨਾਂ ਜਨਾਂ ਵਿੱਚ ਕੋਈ ਅੰਤਰ ਭੇਦ ਨਹੀਂ ਰਹਿ ਜਾਂਦਾ। ਬੇਬ ਵਿਚਾਰ ਕਿਛ ਨਾਹੀ, ਹਰ ਹਰ ਜਨ ਇੱਕ ਸਮਾਨ। ਫਿਰ ਤਾਂ ਹਰੀ ਪਰਮਾਤਮਾ ਜੀ ਤੇ ਪਰਮਾਤਮਾ ਜੀ ਦੇ ਪਿਆਰੇ ਇੱਕ ਬਰਾਬਰ ਇੱਕ ਰੂਪ ਹੀ ਹੋ ਜਾਂਦੇ ਹਨ। ਇਸੇ ਪ੍ਰਕਾਰ ਇਹ ਅੱਧੀ ਪੰਕਤੀ ਫਿਰ ਪੜ੍ਹ ਦਿਓ। ਹਰ ਨਾਨਕ ਭੇਦ ਨਾ ਪਾਈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਨਾ ਕਰਦੇ ਨੇ। ਉਹ ਜਿਹੜੇ ਪੰਜ ਜਨ ਸ੍ਰੇਸ਼ਟ ਮਹਾਤਮਾ ਨੇ ਨਾ, ਉਹਨਾਂ ਦੇ ਨਾਲ ਮਿਲ ਕਰਕੇ ਛੇਤੀ ਪ੍ਰਾਪਤੀ ਤਾਂ ਹੋ ਜਾਂਦੀ ਹੈ ਕਿਉਂਕਿ ਉਹਨਾਂ ਵਿੱਚ ਤੇ ਪ੍ਰਮਾਤਮਾ ਜੀ ਦੇ ਵਿੱਚ ਭੇਦ ਨਹੀਂ। ਉਹ ਪੰਜ ਜਨ ਆਪ ਪ੍ਰਮਾਤਮਾ ਜੀ ਦੇ ਨਾਲ ਮਿਲੇ ਹੁੰਦੇ ਨੇ ਤੇ ਸੰਤ ਜਪਾਵੈ ਨਾਮ, ਸਿਮਰਨ ਅਭਿਆਸ ਕਰਵਾ ਕਰਕੇ ਸਹਿਜੇ ਹੀ ਪ੍ਰਮਾਤਮਾ ਜੀ ਦੇ ਪ੍ਰਾਪਤੀ ਵਾਲੇ ਕਰ ਦਿੰਦੇ ਹਨ ਜੀ। ਮੇਰੇ RAM ਰਾਏ ਇਨ ਬਿਦ ਮਿਲੈ ਗੁਸਾਈ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਹੇ ਮੇਰੇ RAM ਰਾਏ ਦੇ ਪਿਆਰੇ ਭਾਈ ਜੀ, ਇਨ ਬਿਦ ਮਿਲੈ ਗੁਸਾਈ। ਇਸ ਤਰੀਕੇ ਦੇ ਨਾਲ, ਇਸ ਵਿਧੀ ਦੇ ਨਾਲ ਭਾਈ ਪ੍ਰਾਣਾ ਜੀ ਮੇਰੇ ਪ੍ਰਮਾਤਮਾ ਜੀ ਮਿਲਦੇ ਨੇ। ਮੇਰੇ RAM ਰਾਏ
ਇਨ ਵਿਧ ਮਿਲੈ ਗੁਸਾਈ। ਜਿਹੜੇ ਇਸ ਵਿਧੀ ਦੇ ਨਾਲ, ਸਤ ਸੰਗਤ ਦੇ ਨਾਲ, ਸਤਿਗੁਰੂ ਜੀ ਦੇ ਬਖਸ਼ੇ ਨਾਮ ਦੀ ਬਰਕਤ ਦੇ ਨਾਲ ਮਿਲੈ ਹਰੀ ਅਕਾਲ ਪੁਰਖ ਨੂੰ ਮਿਲਦੇ ਨੇ ਨਾ, ਮੇਰੇ ਰਾਮ ਰਾਏ, ਉਹ ਤਾਂ ਮੇਰੇ ਰਾਮ ਰਾਏ ਦਾ ਹੀ ਸਰੂਪ ਹੋ ਜਾਂਦੇ ਨੇ, ਉਹ ਪਰਮਾਤਮਾ ਜੀ ਦਾ ਹੀ ਸਰੂਪ ਹੋ ਜਾਂਦੇ ਨੇ। ਪਰਮਾਤਮਾ ਜੀ ਦੇ ਅੰਦਰ ਤੇ ਉਹਨਾਂ ਵਿੱਚ ਕੋਈ ਪਰਦਾ ਨਹੀਂ ਰਹਿ ਜਾਂਦਾ, ਕੋਈ ਵਿਥ ਨਹੀਂ ਰਹਿ ਜਾਂਦੀ, ਕੋਈ ਅੰਤਰ ਨਹੀਂ ਰਹਿ ਜਾਂਦਾ, ਕੋਈ ਦੂਰੀ ਨਹੀਂ ਰਹਿ ਜਾਂਦੀ ਹੈ। ਸਹਿਜ ਭਇਆ ਬ੍ਰਹਮ ਖਿਨ ਮਹਿ ਨਾਠਾ। ਫਿਰ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਸਤ ਸੰਗਤ ਪ੍ਰਾਪਤ ਕਰਕੇ ਜਦੋਂ ਲਿਵ ਵਾਲਾ ਜੀਵ ਹੁੰਦਾ ਨਾ, ਤੇ ਫਿਰ ਸਹਿਜ ਗਿਆਨ ਅਚੁੱਤ ਸੁਖ ਦੀ ਪ੍ਰਾਪਤੀ ਹੁੰਦੀ ਹੈ। ਤੇ ਜਿਹੜਾ ਹਿਰਦੇ ਦੇ ਵਿੱਚੋਂ ਅਗਿਆਨ ਹੁੰਦਾ ਹੈ, ਖਿਨ ਮਾਤਰ ਸਮੇਂ ਦੇ ਵਿੱਚ ਹੀ ਅਗਿਆਨ ਨੱਠ ਜਾਂਦਾ ਹੈ, ਦੌੜ ਜਾਂਦਾ ਹੈ, ਭੱਜ ਜਾਂਦਾ ਹੈ। ਇਸੇ ਹੀ ਪ੍ਰਕਾਰ ਸਹਿਜ ਭਇਆ ਬ੍ਰਹਮ ਖਿਨ ਮਹਿ ਨਾਠਾ। ਸਹਿਜ ਭਇਆ, ਜਿਹੜਾ ਜੀਵ ਹੈ, ਸਹਿਜ ਤੋਂ ਭਾਵ ਲੈਣਾ ਹੈ ਅਚੁੱਤ ਸੁਖ। ਅਚੁੱਤ ਸੁਖ ਦੇ ਦਾਤੇ ਪ੍ਰਮਾਤਮਾ ਜੀ ਦਾ ਹੀ ਸਰੂਪ ਹੋ ਜਾਂਦਾ ਹੈ। ਤੇ ਜਦੋਂ ਵਾਹਿਗੁਰੂ ਜੀ ਦੀ ਭੇਦਤਾ ਪ੍ਰਾਪਤ ਕਰਦਾ ਹੈ, ਜੋ ਮੈਂ ਮੇਰੀ ਦੀ ਹੰਗਤਾ ਕਰਕੇ ਭਰਮ ਪਿਆ ਹੋਇਆ ਸੀ ਜੀ, ਇਹ ਮੈਂ ਵੱਖਰਾ ਹਾਂ, ਪਰਮਾਤਮਾ ਦੇ ਨਾਲੋਂ ਆਪਣੇ ਆਪ ਨੂੰ ਜੀਵ ਵੱਖਰਾ ਹੀ ਮੰਨਦਾ ਨਾ। ਪਰਮਾਤਮਾ ਦੇ ਨਾਲੋਂ ਵੱਖਰਾ ਤੇ ਮੰਨਦਾ, ਆਪਣੇ ਆਪ ਨੂੰ ਪਰਮਾਤਮਾ ਦਾ ਵੀ ਨਹੀਂ ਮੰਨਦਾ, ਖੁਦ ਦਾ ਮੰਨਦਾ, ਘਰ ਪਰਿਵਾਰ ਦਾ ਮੰਨਦਾ, ਪਰ ਰੱਬ ਦਾ ਨਹੀਂ ਮੰਨਦਾ ਕਿ ਮੈਂ ਰੱਬ ਦਾ ਜੀਵ ਹਾਂ। ਹਜ਼ੂਰ ਫਰਮਾਨ ਕਰਨਾ ਕਰਦੇ ਨੇ, ਇਸ ਪ੍ਰਕਾਰ ਦਾ ਜਿਹੜਾ ਹਿਰਦੇ ਵਿੱਚ ਭਰਮ ਪਿਆ ਸੀ, ਉਹ ਭਰਮ ਖਿਨ ਮਾਤਰ ਸਮੇਂ ਦੇ ਅੰਦਰ ਹੀ ਨੱਠ ਜਾਂਦਾ ਹੈ, ਦੌੜ ਜਾਂਦਾ ਹੈ। ਸਰੂਪ ਰੂਪ ਦਾ ਭਰਮ, ਭੇਦ ਭਰਮ ਕਰ ਤਤ ਭਰਮ, ਪੁੰਨ ਸੰਗ ਭਰਮ ਬੇਕਾਰ, ਬ੍ਰਹਮ ਇਤਰ ਜਗ ਸਤ ਹੈ, ਪਾਂਚੋ ਭਰਮ ਸੰਸਾਰ। ਇਹ ਸੰਸਾਰੀ ਜੀਵਾਂ ਦੇ, ਸੰਸਾਰ ਵਿੱਚ ਰਹਿਣ ਵਾਲਿਆਂ ਦੇ ਫਿਰ ਪੰਜੇ ਪ੍ਰਕਾਰ ਦੇ ਭਰਮ ਸਤਿਗੁਰੂ ਜੀ ਗਰੀਬ ਨਿਵਾਜ ਕਿਰਪਾ ਕਰਕੇ ਮੇਟ ਦਿੰਦੇ ਹਨ ਜੀ ਖਿਨ ਮਾਤਰ ਸਮੇਂ ਦੇ ਅੰਦਰ। ਮਿਲ ਜੋਤੀ ਜੋਤ ਸਮਾਈ। ਤੇ ਫਿਰ ਸਤਿਗੁਰੂ ਜੀ ਦੀ ਸੰਗਤ ਵਿੱਚ ਮਿਲਣੇ ਦੇ ਕਾਰਨ, ਸਤਿਗੁਰੂ ਜੀ ਨੂੰ ਮਿਲਣੇ ਦੇ ਕਾਰਨ, ਸਤਿਗੁਰੂ ਜੀ ਦੇ ਮਹਾਤਮਾਵਾਂ ਜੀ ਦੀ ਸੰਗਤ ਦੇ ਵਿੱਚ ਮਿਲਣੇ ਦੇ ਕਾਰਨ, ਇਹ ਜਿਹੜੀ ਜੀਵ ਦੀ ਜੋਤੀ ਭਾਵ ਆਤਮਾ ਹੈ ਨਾ, ਜੋਤ ਸਮਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਰਮ ਸੱਤਾ ਜੋਤ ਦੇ ਵਿੱਚ ਅਭੇਦ ਹੋ ਜਾਂਦੀ ਏ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਫਿਰ ਜੀਵ ਮਰ ਕੇ ਨਹੀਂ, ਜਿਉਂਦੇ ਜੀ ਹੀ ਸੰਪੂਰਨ ਹੋ ਜਾਂਦਾ ਹੈ। ਤੇ ਜਦੋਂ ਸੰਤਾਂ ਮਹਾਤਮਾ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਤੇ ਲਿਖਿਆ ਹੁੰਦਾ ਨਾ ਇਸ਼ਤਿਹਾਰ ਤੇ, ਪੂਰਨ ਬ੍ਰਹਮ ਗਿਆਨੀ, ਤੇ ਕਈ ਬੜਾ ਕਿੰਤੂ ਕਰਦੇ ਜੀ ਪੂਰਨ ਕਿਉਂ ਆਖਿਆ ਹੈ? ਕਿਉਂਕਿ ਉਹ ਵਾਹਿਗੁਰੂ ਜੀ ਦੇ ਨਾਲ ਮਿਲ ਕਰਕੇ ਪੂਰਨ ਹੋ ਗਏ ਹੁੰਦੇ ਨੇ, ਪੂਰੇ ਹੋ ਗਏ ਹੁੰਦੇ ਨੇ। ਤੇ ਕਈ ਜਗਿਆਸੂ ਕਈ ਵਾਰ ਸਵਾਲ ਪੁੱਛਦੇ ਨੇ, ਦੁਨੀਆ ਦੇ ਅੰਦਰ ਬੜੇ ਐਸੇ ਮਹਾਤਮਾ ਦੇਖੇ ਗਏ ਜਿਨ੍ਹਾਂ ਦੀ ਜਿਉਂਦੇ ਜੀ ਪੂਜਾ ਨਹੀਂ ਹੋਈ, ਜਿਉਂਦੇ ਜੀ ਸਤਿਕਾਰ ਨਹੀਂ ਮਿਲਿਆ, ਪਰ ਜਦੋਂ ਉਹ ਮਰ ਜਾਂਦਾ ਹੈ, ਜਦੋਂ ਸਰੀਰ ਛੱਡ ਜਾਂਦਾ ਹੈ, ਜਦੋਂ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਚਲਿਆ ਜਾਂਦਾ, ਸਰੀਰ ਸਫਲਾ ਕਰਕੇ ਤੁਰ ਜਾਂਦਾ ਹੈ, ਫਿਰ ਉਹਨਾਂ ਦੇ ਜਾਣ ਤੋਂ ਬਾਅਦ ਬੜੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ, ਬਾਅਦ ਬੜੇ ਜੋੜ ਮੇਲੇ ਮਨਾਏ ਜਾਂਦੇ ਨੇ। ਇਹ ਜੋੜ ਮੇਲੇ ਉਹਨਾਂ ਦੇ ਜਿਉਂਦਿਆਂ ਜੀ ਕਿਉਂ ਨਹੀਂ ਹੁੰਦੇ, ਉਹਨਾਂ ਤੋਂ ਬਾਅਦ ਹੀ ਕਿਉਂ ਹੁੰਦੇ ਨੇ? ਤੇ ਸਾਧ ਸੰਗਤ ਜੀ, ਇਸ ਦਾ ਜਵਾਬ ਇਹ ਹੈ, ਅਜੋ ਸੋ ਨਾਓ ਸਮੁੰਦਰ ਮਹਿ, ਕਿਆ ਜਾਣੋ ਕਿਆ ਹੋਏ। ਜਦੋਂ ਤੱਕ ਬੇੜੀ, ਜਦੋਂ ਤੱਕ ਕਿਸ਼ਤੀ ਸਮੁੰਦਰ ਦੇ ਵਿੱਚ ਹੈ, ਉਦੋਂ ਤੱਕ ਕੋਈ ਪਤਾ ਨਹੀਂ ਕੀ ਬਣਨਾ ਹੈ। ਜ਼ਰੂਰੀ ਨਹੀਂ ਜਿਹੜੀ ਬੇੜੀ ਹੈ ਉਹ ਦਰਿਆ ਦੇ ਵਿਚਕਾਰ ਹੀ ਡੁੱਬੇ, ਉਹ ਕਿਨਾਰੇ ਦੇ ਲਾਗੇ ਜਾ ਕੇ ਵੀ ਡੁੱਬ ਸਕਦੀ ਹੈ। ਜ਼ਰੂਰੀ ਨਹੀਂ ਜਿਹੜਾ ਮਨੁੱਖ ਹੈ ਜਵਾਨੀ ਦੇ ਵਿੱਚ ਹੀ ਕਦੇ ਕਦਮ ਉਸ ਦਾ ਡੱਗ ਮੁਗਾਏ। ਸੰਸਾਰ ਸਾਧ ਸੰਗਤ ਜੀ ਤਿਲਕਣਬਾਜੀ ਹੈ। ਕਈ ਵਾਰ ਐਸਾ ਵੀ ਦੇਖਿਆ ਜਾਂਦਾ ਹੈ, ਮਨੁੱਖ ਜਵਾਨੀ ਤੇ ਕਲੰਕ ਤੋਂ ਰਹਿਤ ਕੱਟ ਲੈਂਦਾ, ਪਰ ਬੁਢਾਪੇ ਵਿੱਚ ਜਾ ਕਰਕੇ ਕਾਲਖ ਖੱਟ ਲੈਂਦਾ ਹੈ। ਇਸ ਕਰਕੇ ਜਦੋਂ ਤੱਕ ਮੁਕਤੀ ਰੂਪੀ ਕਿਨਾਰੇ ਤੇ ਨਹੀਂ ਜਾ ਉਤਰਦਾ, ਮਿਲਾਪ ਵਾਲਾ ਨਹੀਂ ਹੋ ਜਾਂਦਾ, ਉਦੋਂ ਤੱਕ ਦੁਨੀਆ ਨਹੀਂ ਮੰਨਦੀ ਅਜੇ ਸਰੀਰ ਦੁਨੀਆ 'ਚ ਹੀ, ਅਜੇ ਕੀ ਪਤਾ ਕਿਹੜਾ ਭਾਣਾ ਵਾਪਰਨਾ। ਪਰ ਜਦੋਂ ਕਲੰਕ ਰਹਿਤ ਨਿਸ਼ਪਾਕ ਜੀਵਨ ਜਿਉ ਕਰਕੇ, ਜੀਵਨ ਸਫਲਾ ਕਰਕੇ ਦਰਗਾਹ ਨੂੰ ਚਲਿਆ ਜਾਂਦਾ ਨਾ, ਤਾਂ ਦੁਨੀਆ ਮੰਨਦੀ ਏ ਇਹ ਬਿਨਾਂ ਕਾਲਖ ਤੋਂ ਗਿਆ, ਬਿਨਾਂ ਦਾਗ ਤੋਂ ਜੀਵਨ ਸੀ, ਪਵਿੱਤਰ ਜੀਵਨ ਸੀ। ਪਵਿੱਤਰ ਜੀਵਨ ਨਿਭਾਉਂਦਿਆਂ ਸਤਿਗੁਰੂ ਜੀ ਦੇ ਨਾਲ ਪਿਆਰ ਤੋੜ ਤੱਕ ਨਿਭ ਗਿਆ, ਤਾਂ ਫਿਰ ਸੰਸਾਰ ਵਾਲੇ ਬਰਸੀਆਂ ਮਨਾਉਂਦੇ ਨੇ, ਤਾਂ ਕਰਕੇ ਉਹਨਾਂ ਦੇ ਜੋੜ ਮੇਲੇ ਲੱਗਦੇ ਨੇ, ਭਾਵੇਂ ਨਿੰਦਕਾਂ ਨੂੰ ਨਹੀਂ ਪਾਉਂਦੇ। ਪਰ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ, ਉਹਨਾਂ ਦਾ ਸਤਿਕਾਰ ਤੇ ਹੋਣਾ ਹੀ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਜੋਤੀ ਜੋਤ ਸਮਾਈ। ਪੂਰਨ ਪ੍ਰਾਪਤੀ ਦੀ ਅਵਸਥਾ ਨੂੰ ਸਤਿਗੁਰੂ ਜੀ ਦੇ ਦਰ ਤੋਂ ਸਾਧ ਸੰਗਤ ਦੀ ਕਿਰਪਾ ਤੇ ਅਭਿਆਸ ਦੇ ਨਾਲ ਪ੍ਰਾਪਤ ਕਰ ਲੈਣਾ ਕਰਦੇ ਨੇ। ਐਸੇ ਜੀਵਾਂ ਦੀ ਜਿਹੜੀ ਆਤਮਾ ਜੋਤੀ ਹੈ, ਪ੍ਰਮਾਤਮਾ ਜੀ ਪਰਮ ਸੱਤਾ ਜੋਤ ਦੇ ਵਿੱਚ ਅਭੇਦਤਾ ਪ੍ਰਾਪਤ ਕਰਦੀ ਹੈ, ਵਾਹਿਗੁਰੂ ਜੀ ਦੇ ਅੰਦਰ ਹੀ ਸਮਾਈ ਮਿਲ ਜਾਂਦੀ ਹੈ। ਰਹਾਉ ਦੂਜਾ
ਸੋ ਇਸ ਸ਼ਬਦ ਦੇ ਅੰਦਰ ਇਹ ਦੂਜਾ ਰਹਾਉ ਆਇਆ ਹੈ। ਪਹਿਲਾ ਰਹਾਉ 2 ਪੰਕਤੀਆਂ ਤੇ ਆ ਗਿਆ ਸੀ। ਇਸ ਪ੍ਰਕਾਰ ਪੂਰੇ ਪਦੇ 4 ਪਦੇ ਸਮਾਪਤ ਹੋਣ ਤੋਂ ਉਪਰੰਤ ਫਿਰ 2 ਪੰਕਤੀਆਂ ਆ ਕਰਕੇ ਦੂਸਰਾ ਰਹਾਉ ਆਇਆ ਹੈ। ਇਸ ਕਰਕੇ ਸਤਿਗੁਰੂ ਜੀ ਨੇ ਲਿਖ ਦਿੱਤਾ ਹੈ ਸ਼ਬਦ ਇੱਕ ਹੀ ਹੈ, ਪਰ ਇੱਕੇ ਸ਼ਬਦ ਵਿੱਚ ਦੂਜਾ ਰਹਾਉ ਹੈ। ਕੋਈ ਅਗਿਆਨਤਾ ਬਸ ਇਹ ਨਾ ਸਮਝ ਲਵੇ ਜੀ ਰਹਾਉ ਤੇ ਪਹਿਲਾਂ ਆਇਆ ਸੀ, ਇੱਥੇ ਕਿਉਂ ਲਿਖ ਦਿੱਤਾ, ਜਾਂ ਸਰੂਪ ਦਾ ਉਤਾਰਾ ਕਰਨ ਵਾਲੇ ਨੇ ਭੁਲੇਖੇ ਦੇ ਨਾਲ ਲਿਖ ਦਿੱਤਾ। ਭਾਈ ਐਸਾ ਨਹੀਂ, ਇੱਕ ਹੀ ਸ਼ਬਦ ਦੇ ਅੰਦਰ ਇਹ ਦੂਸਰਾ ਰਹਾਉ ਹੈ। ਭਾਵ ਕੇਂਦਰੀ ਭਾਵ ਜਿਵੇਂ ਪਹਿਲੀਆਂ ਪੰਕਤੀਆਂ ਦੇ ਅੰਦਰ ਸੀ, ਇਹ ਵੀ ਸ਼ਬਦ ਦੇ ਕੇਂਦਰੀ ਭਾਵ ਵਾਲੀਆਂ ਪੰਕਤੀਆਂ ਨੇ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਕੇ ਵਾਹਿਗੁਰੂ ਜੀ ਦੀ ਅਭੇਦਤਾ ਪ੍ਰਾਪਤ ਕਰਦੇ ਨੇ। ਕਿਉਂਕਿ ਜੇ ਇਕੱਲੀ ਸਵਾਲ ਵਾਲੀ ਪੰਕਤੀ ਹੀ ਕੇਂਦਰੀ ਭਾਵ ਹੁੰਦੀ ਤੇ ਜਵਾਬ ਵਾਲੀ ਨਾ ਹੁੰਦੀ ਤੇ ਫਿਰ ਕੇਂਦਰੀ ਭਾਵ ਇਕੱਲਾ ਸਵਾਲ 'ਚ ਹੀ ਰਹਿ ਜਾਣਾ ਸੀ, ਤੇ ਮੇਨ ਕਦੇ ਸਵਾਲ ਨਹੀਂ, ਮੇਨ ਜਵਾਬ ਵੀ ਹੋਇਆ ਕਰਦਾ। ਤੇ ਜਿਹੜੇ ਬਾਕੀ ਦੀਆਂ 4 ਪੌੜੀਆਂ ਸੀ ਉਹ ਪਹਿਲੇ ਸ਼ਬਦ ਦਾ ਜਵਾਬ ਦਿੰਦੀਆਂ ਪਹਿਲੀਆਂ ਪੰਕਤੀਆਂ ਦਾ। ਇਸ ਕਰਕੇ ਪਹਿਲੀਆਂ ਪੰਕਤੀਆਂ ਕੇਂਦਰੀ ਭਾਵ, ਇਸ ਦੇ ਅੰਦਰ ਸਾਰੇ ਸ਼ਬਦ ਦਾ ਤੇ ਗੁਰਮੁਖ ਦੇ ਜੀਵਨ ਦਾ ਨਿਚੋੜ ਸਿੱਟਾ ਕੱਢ ਦਿੱਤਾ ਸਤਿਗੁਰੂ ਜੀ ਨੇ, ਤਤ ਸਿਧਾਂਤ ਦਰਸਾਇਆ ਹੈ। ਇਸ ਕਰਕੇ ਇਹ ਵੀ ਜਿਹੜੀਆਂ ਪੰਕਤੀਆਂ ਨੇ ਇਹ ਕੇਂਦਰੀ ਭਾਵ ਵਾਲੀਆਂ ਨੇ, ਤੇ ਸਤਿਗੁਰੂ ਜੀ ਨੇ ਰਹਾਉ ਦੂਸਰਾ ਉਚਾਰਨ ਕਰਨਾ ਕੀਤਾ ਹੈ। ਸ਼ਬਦ ਦਾ ਕੇਂਦਰੀ ਭਾਵ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿਖੇ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਜਿਹੜਾ ਜੀਵ ਹੈ ਸਰੂਪ ਰੂਪ ਦੀ ਪ੍ਰਾਪਤੀ ਤੋਂ ਬਿਨਾਂ ਦੁਖੀ ਹੈ, ਅਗਿਆਨਤਾ ਦੇ ਵਸ ਹੈ, ਵਾਹਿਗੁਰੂ ਜੀ ਨੂੰ ਮਿਲਦਾ ਨਹੀਂ, ਕਿਹੜੀ ਵਿਧੀ ਦੇ ਨਾਲ ਮਿਲੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਅਸ਼ੁੱਧ ਮਨ ਤੇ ਪ੍ਰਮਾਤਮਾ ਜੀ ਵਸਦੇ ਤੇ ਹਿਰਦੇ ਦੇ ਅੰਦਰ ਹੀ ਨੇ, ਹਉਮੈ ਦੀ ਵਿੱਚ ਦੀਵਾਰ ਬਣੀਏ ਤਾਂ ਨਹੀਂ ਮਿਲਦਾ। ਮਹਾਰਾਜ ਦੀਵਾਰ ਟੁੱਟੇ ਕਿਵੇਂ, ਤੇ ਹਜ਼ੂਰ ਫਰਮਾਵਣਾ ਕਰਦੇ ਨੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਵੇ। ਸਤਿਗੁਰੂ ਜੀ ਸਤ ਸੰਗਤ ਦੇ ਨਾਲ ਮੇਲ ਕਰਕੇ ਲਿਵ ਵਾਲਾ ਕਰਕੇ ਨਾਮ ਦਾ ਅਭਿਆਸੀ ਬਣਾ ਕਰਕੇ ਸੁਰਤ ਦੇ ਅੰਦਰ ਇਤਨੀ ਤਾਕਤ ਬਖਸ਼ ਦਿੰਦੇ ਨੇ, ਇਤਨਾ ਪ੍ਰਕਾਸ਼ ਕਰ ਦਿੰਦੇ ਨੇ ਕਿ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਹਉਮੈ ਦੀ ਜਿਹੜੀ ਕੰਧ ਉਹ ਮਿਟ ਜਾਂਦੀ ਏ। ਤੇ ਗਰੀਬ ਨਿਵਾਜ ਸਾਹਿਬ ਜੀ ਨੇ ਦਰਸਾਵਣਾ ਕੀਤਾ ਇਸ ਸਰੀਰ ਨੂੰ ਪ੍ਰਮਾਤਮਾ ਜੀ ਨੇ ਆਪਣਾ ਨਿਵਾਸ ਸਥਾਨ ਬਣਾਇਆ ਹੈ। ਆਸਾ ਅੰਦੇਸਾ ਦੇ ਤਖਤੇ ਲਾਵਣਾ ਕੀਤੇ ਨੇ, ਅਗਿਆਨਤਾ ਦਾ ਉੱਪਰ ਤਾਲਾ ਲਗਾਵਣਾ ਕੀਤਾ ਹੈ। ਇਸੇ ਪ੍ਰਕਾਰ ਅਵਿਦਿਆ ਦਾ ਵੱਡਾ ਭਾਰੀ ਇਸ ਦੇ ਉੱਪਰ ਕੁੰਡਾ ਹੈ, ਕੁੰਜੀ ਸਤਿਗੁਰੂ ਜੀ ਦੇ ਹੱਥ ਹੈ। ਜੇ ਅਗਿਆਨਤਾ ਦਾ ਤਾਲਾ ਖੋਲ ਕਰਕੇ ਹਿਰਦੇ ਰੂਪੀ ਘਰ ਦੇ ਅੰਦਰ ਪ੍ਰਮਾਤਮਾ ਜੀ ਦਾ ਦੀਦਾਰ ਪਾਵਣਾ ਚਾਹੁੰਦੇ ਹੋ ਤੇ ਜਗਿਆਸੂ ਜਨੋ ਸਤਿਗੁਰੂ ਜੀ ਦੇ ਚਰਨੀ ਲੱਗ ਜਾਓ। ਸਤਿਗੁਰੂ ਜੀ ਤੋਂ ਬਿਨਾਂ ਕੁੰਜੀ ਕਿਸੇ ਹੋਰ ਦੇ ਹੱਥ ਨਹੀਂ। ਗਿਆਨ ਦੀ ਕੁੰਜੀ, ਬ੍ਰਹਮ ਵਿਦਿਆ ਦੀ ਕੁੰਜੀ, ਬ੍ਰਹਮ ਗਿਆਨ ਦੀ ਕੁੰਜੀ ਪੂਰੇ ਸਤਿਗੁਰੂ ਦੇਵ ਪਿਤਾ ਜੀ ਦੇ ਹੱਥ ਹੈ। ਇਸ ਕਰਕੇ ਸਤਿਗੁਰੂ ਜੀ ਦੇ ਦਰ ਤੇ ਸਦਾ ਢਹਿ ਪੈਣਾ ਹੈ, ਹੋਏ ਨਿਮਾਣੀ ਢਹਿ ਪਵਾ। ਪੂਰੇ ਸਤਿਗੁਰ ਪਾਸ, ਪੂਰੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਨਿਮਾਣੇ ਹੋ ਕਰਕੇ ਸਦਾ ਢਹਿ ਕਰਕੇ ਅਰਦਾਸਾਂ ਬੇਨਤੀਆਂ ਕਰ ਦੇਣਾ। ਰਹਿਣਾ ਗਰੀਬ ਨਿਵਾਜ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲਹੁ ਰਾਮ। ਪੂਰਬਲੇ ਜਨਮਾਂ ਦੀ ਮੰਦ ਕਿਰਤ ਦੇ ਕਰਕੇ ਆਪ ਜੀ ਦੇ ਚਰਨਾਂ ਤੋਂ ਵਿਛੜ ਗਏ ਆ, ਕਿਰਪਾਲਤਾ ਕਰਕੇ ਸਾਨੂੰ ਮੇਲ ਲਵੋ ਜੀ। ਕਲਗੀਧਰ ਦਸ਼ਮੇਸ਼ ਪਿਤਾ ਸੱਚੇ ਸਾਹਿਬ ਤਖਤਾਂ ਤੇ ਸੁਭਾਇਮਾਨ ਨੇ, ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਮੇਲ ਲੈਣ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਕਿਰਪਾਲੂ ਜੀ, ਕਿਰਪਾਲਤਾ ਕਰਕੇ ਆਪ ਜੀ ਦੇ ਪਾਵਨ ਉਪਦੇਸ਼ ਦੀ ਵਿਚਾਰ ਸੰਗਤਾਂ ਦੇ ਸਮਕਸ਼ ਪ੍ਰਗਟ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ। ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸਮੱਤ ਬਖਸ਼ਣੀ। ਗੁਰਦੇਵ ਪਿਤਾ ਜੀ ਦੇ ਚਰਨਾਂ ਵਿਖੇ ਤਰਲਾ ਲੈਣਾ ਕਰੀਏ, ਲੇਖਾ ਕਤਿ ਨਾ ਛੂਟੀਐ। ਖਿਨ ਖਿਨ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਦੇਹੋ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਚੋ ਮੇਲ। ਸਤਿਗੁਰੂ ਜੀ ਦੇ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਦਾ ਯਤਨ ਕਰੀਏ, ਜਿਸ ਦੇ ਨਾਲ ਜੀਵਨ ਮਨੋਰਥ ਸਫਲਾ ਹੋ ਜਾਵੇ। ਪਾਵਨ ਗੁਰੂ ਉਪਦੇਸ਼ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਮੇਰੇ RAM ਰਾਏ ਇਨ ਬਿਦ ਮਿਲੈ ਗੁਸਾਈ, ਸਹਿਜ ਭਇਆ ਪ੍ਰਮ ਖਿਨ ਮਹਿ ਨਾਠਾ। ਮਿਲ ਜੋਤੀ ਜੋਤ ਸਮਾਈ, ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।